ਸਤਿ ਸ਼੍ਰੀ ਅਕਾਲ, ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ। ਖਬਰ ਪੜਤਾਲ ਵੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗਗਨਦੀਪ ਸਿੰਘ ਲੈ ਕੇ ਹਾਜ਼ਰ ਹਾਂ ਇੱਕ ਵਾਰ ਫਿਰ ਤੋਂ ਖਾਸ ਮਸਲੇ, ਉਹ ਮਸਲੇ ਜਿਨ੍ਹਾਂ ਦਾ ਸਬੰਧ ਕਿਸਾਨੀ ਮਸਲਿਆਂ ਦੇ ਨਾਲ ਹੈ, ਦੇਸ਼ ਦੀ ਸਰਕਾਰ ਦੇ ਨਾਲ ਹੈ ਤੇ ਸੂਬੇ ਦੀ ਸਰਕਾਰ ਦੇ ਨਾਲ ਹੈ। ਕਿਸਾਨੀ ਅੰਦੋਲਨ ਦੇ ਵਿੱਚ ਫਿਰ ਤੋਂ ਇੱਕ ਨਵਾਂ ਪੜਾਅ ਸ਼ੁਰੂ ਹੋ ਸਕਦਾ ਹੈ। ਫਿਰ ਤੋਂ ਕਿਸਾਨਾਂ ਦੀਆਂ ਬੈਠਕਾਂ ਦਾ ਦੌਰ ਕੇਂਦਰ ਦੇ ਨਾਲ ਸ਼ੁਰੂ ਹੋ ਸਕਦਾ ਹੈ। ਕੀ ਕੁਝ ਇਸ ਮੀਟਿੰਗ ਦੇ ਵਿੱਚ ਰਹੇਗਾ, ਇਸ ਦੇ ਉੱਤੇ ਚਰਚਾ ਕਰਾਂਗੇ। ਰਾਹੁਲ ਗਾਂਧੀ ਦੇ ਉੱਤੇ ਫਿਰ ਤੋਂ ਕਾਂਗਰਸ ਦੀਆਂ ਉਮੀਦਾਂ ਜਾਗਣ ਲੱਗੀਆਂ ਨੇ, ਇਸ ਤੇ ਵੀ ਚਰਚਾ ਕਰਾਂਗੇ। ਤੇ ਨਾਲ ਹੀ ਆਮ ਆਦਮੀ ਪਾਰਟੀ ਨੇ ਯੂਪੀ ਦੇ ਵਿੱਚੋਂ ਆਪਣਾ ਸੀਐਮ ਚਿਹਰਾ ਐਲਾਨ ਦਿੱਤਾ, ਇਸ ਦੇ ਉੱਤੇ ਵੀ ਗੱਲਬਾਤ ਕਰਾਂਗੇ। ਹੋਰ ਕਈ ਮਸਲੇ ਨੇ ਜਿਨ੍ਹਾਂ ਤੇ ਗੱਲਬਾਤ ਕਰਨੀ ਅੱਜ ਦੇ ਪ੍ਰੋਗਰਾਮ ਦੇ ਵਿੱਚ। ਪਹਿਲਾਂ ਸੁਰਿੰਦਰ ਡੱਲਾ ਹੋਣਾ ਦਾ ਸਵਾਗਤ ਕਰਦੇ ਹਾਂ, ਫਿਰ ਚਰਚਾ ਦੇ ਵੱਲ ਵਧਾਂਗੇ। ਡੱਲਾ ਜੀ ਸਵਾਗਤ ਹੈ ਜੀ। ਬਹੁਤ ਧੰਨਵਾਦ ਜੀ, ਸਾਰਿਆਂ ਲਈ ਬਹੁਤ ਬਹੁਤ ਧੰਨਵਾਦ। ਡੱਲਾ ਜੀ, ਭਾਜਪਾ ਦੇ ਆਗੂ ਨੇ ਜਾਣੀ, ਉਹਨਾਂ ਦਾ ਬਿਆਨ ਆਇਆ ਕਿ ਜਲਦ ਜਿਹੜੀ ਫਿਰ ਕੇਂਦਰ ਦੇ ਨਾਲ ਕਿਸਾਨਾਂ ਦੀ ਮੀਟਿੰਗਾਂ ਦੀ ਸ਼ੁਰੂਆਤ ਹੋ ਸਕਦੀ ਹੈ। ਕਿਸ ਤਰ੍ਹਾਂ ਵੇਖ ਰਹੇ ਹੋ ਇਸ ਬਿਆਨ ਨੂੰ? ਦੇਖੋ, ਸੁਰਜੀਤ ਕੁਮਾਰ ਜਾਣੀ ਪੰਜਾਬ ਦੇ ਸਾਬਕਾ ਸਿਹਤ ਮੰਤਰੀ ਵੀ ਰਹੇ ਨੇ, ਔਰ ਸੁਰਜੀਤ ਕੁਮਾਰ ਜਾਣੀ ਨੇ ਜਿਹੜੀ ਇਹ ਗੱਲ ਕਹੀ ਹੈ ਕਿ ਦੁਬਾਰਾ ਮੀਟਿੰਗ ਹੋਣ ਦੀ ਸੰਭਾਵਨਾ ਹੈ, ਮੈਨੂੰ ਲੱਗਦਾ ਹੈ ਕਿ ਸੁਰਜੀਤ ਕੁਮਾਰ ਜਾਣੀ ਉਹਨਾਂ ਦੀ ਪਾਰਟੀ ਦੀ ਸਰਕਾਰ ਹੈ, ਸੋ ਉਹ ਜ਼ਰੂਰ ਮਾੜਾ ਮੋਟਾ ਜਾਣਦੇ ਹੋਣਗੇ ਜਾਣੀ ਸਾਹਿਬ ਕਿ ਕੀ ਘਿਓ ਖਿਚੜੀ ਬਣ ਰਿਹਾ ਭਾਰਤੀ ਜਨਤਾ ਪਾਰਟੀ ਦੇ ਵਿੱਚ। ਕਿਉਂਕਿ ਆਮ ਤੌਰ ਤੇ ਪੋਲੀਟੀਕਲ ਪਾਰਟੀਆਂ ਦੇ ਵਿੱਚ ਜੇ ਕੋਈ ਸਬਜ਼ੀ ਵੀ ਬਣਦੀ ਹੈ ਤੇ ਦੂਸਰੇ ਲੀਡਰਾਂ ਨੂੰ ਥੋੜੀ ਬਹੁਤੀ ਖੁਸ਼ਬੂ ਆ ਜਾਂਦੀ ਹੈ। ਸੋ ਹੋ ਸਕਦਾ ਜਾਣੀ ਸਾਹਿਬ ਨੂੰ ਕੋਈ ਭਿਣਕ ਪਈ ਹੋਵੇ ਕਿ ਸਰਕਾਰ ਨਵੇਂ ਸਿਰੇ ਤੋਂ ਗੱਲਬਾਤ ਕਰਨ ਦੀ ਕੋਈ ਯੋਜਨਾ ਉਲੀਕ ਰਹੀ ਹੈ। ਹੋ ਸਕਦਾ ਸਰਕਾਰ ਨਵੇਂ ਸਿਰੇ ਤੋਂ ਗਗਨ ਜੀ ਕੋਈ ਨਵਾਂ ਪ੍ਰਸਤਾਵ ਲੈ ਕੇ ਆਵੇ ਜੀ, ਕਿਉਂਕਿ ਸਰਕਾਰ ਵੀ ਨਹੀਂ ਚਾਹੁੰਦੀ। ਦੇਖੋ, ਭਾਰਤੀ ਜਨਤਾ ਪਾਰਟੀ ਦਾ ਟੀਚਾ ਇਸ ਵਕਤ ਇਹ ਹੈ ਕਿ ਪੂਰੇ ਮੁਲਕ ਚੋਂ ਕਾਂਗਰਸ ਮੁਕਤ ਭਾਰਤ ਬਣਾਉਣਾ ਹੈ। ਉਹਨਾਂ ਨੇ ਮੋਦੀ ਸਾਹਿਬ ਪਹਿਲਾਂ ਕਿਹਾ ਕਰਦੇ ਸੀ, ਤੁਹਾਨੂੰ ਯਾਦ ਹੋਣਾ ਜੀ, ਕਿ ਕਾਂਗਰਸ ਮੁਕਤ ਭਾਰਤ ਬਣਾਉਣਾ ਹੈ ਅਸੀਂ। ਹੁਣ ਉਹ ਬੋਲਦੇ ਨਹੀਂ ਕਿਉਂਕਿ ਕਈ ਸੂਬਿਆਂ 'ਚ ਕਾਂਗਰਸ ਆ ਗਈ ਸੀ, ਪਰ ਚੁੱਪ ਚਪੀਤੇ ਤਾਂ ਟਾਰਗੇਟ ਹੋਏਗਾ ਨਾ ਭਾਰਤੀ ਜਨਤਾ ਪਾਰਟੀ ਦਾ ਵੀ ਅਸੀਂ ਕਾਂਗਰਸ ਨੂੰ ਹਰ ਸੂਬੇ 'ਚੋਂ ਵਿਹਲਾ ਕਰਨਾ ਜੀ। ਹੁਣ ਪੱਛਮੀ ਬੰਗਾਲ 'ਚ ਦੇਖੋ ਕਿੱਡਾ ਜ਼ੋਰ ਲਾਇਆ ਹੋਇਆ ਅਮਿਤ ਸ਼ਾਹ ਨੇ, ਉਹਦੀ ਆਪਾਂ ਗੱਲ ਵੀ ਕਰਦੇ ਹਾਂ ਅੱਜ ਬਾਅਦ 'ਚ ਜੀ। ਪਰ ਪੰਜਾਬ ਦੇ ਵਿੱਚ ਵੀ ਤਾਂ ਭਾਜਪਾ ਦਾ ਟੀਚਾ ਸਰਕਾਰ ਬਣਾਉਣ ਦਾ ਹੈਗਾ ਨਾ ਜੀ। ਹੁਣ ਤਾਂ ਅਕਾਲੀ ਵੀ ਛੱਡ ਗਏ। ਅਕਾਲੀਆਂ ਨੇ ਜਦੋਂ ਨਹੀਂ ਛੱਡਿਆ ਸੀ ਉਦੋਂ ਵੀ ਪੰਜਾਬ ਦੇ ਕਈ ਸੀਨੀਅਰ ਭਾਜਪਾ ਦੇ ਲੀਡਰ ਹੈ, ਮਾਸਟਰ ਮੋਹਨ ਲਾਲ ਨੇ, ਉਹ ਬੜੇ ਸਿਆਣੇ ਲੇਖਕ ਵੀ ਨੇ, ਲਿਖਦੇ ਵੀ ਨੇ ਬਹੁਤ ਅੱਛਾ ਉਹ ਜੀ। ਉਹਨਾਂ ਨੇ ਵੀ ਲਿਖਿਆ ਨਾ, ਉਹਨਾਂ ਨੇ ਵੀ ਮੰਗ ਕੀਤੀ ਸੀ, ਕਿਹਾ ਵੀ ਅਸੀਂ ਵੱਧ ਸੀਟਾਂ ਤੇ ਲੜਾਂਗੇ। ਬਲਰਾਮ ਜੀ ਮਦਨ ਮੋਹਨ ਮਿੱਤਲ ਵਰਗੇ ਜਿਹੜੇ ਲੀਡਰ ਨੇ ਉਹ ਵੀ ਕਹਿੰਦੇ ਰਹੇ ਕਿ ਹੁਣ ਅਸੀਂ ਵੱਡੇ ਭਰਾ ਦੀ ਭੂਮਿਕਾ ਦੇ ਵਿੱਚ ਹਾਂ, ਸੁਖਬੀਰ ਸਾਡੇ ਤੋਂ ਛੋਟਾ ਹੈ, ਪਹਿਲਾਂ ਬਾਦਲ ਸਾਹਿਬ ਵੱਡੇ ਭਰਾ ਸੀ। ਸੋ ਇਸ ਤਰੀਕੇ ਦੀਆਂ ਗੱਲਾਂ ਹੋ ਰਹੀਆਂ ਸੀ। ਸੋ ਬੀਜੇਪੀ ਦਾ ਟਾਰਗੇਟ ਤਾਂ ਗਗਨ ਕਿਤੇ ਨਾ ਕਿਤੇ ਪੰਜਾਬ 'ਚ ਸਰਕਾਰ ਬਣਾਉਣ ਦਾ ਹੈ ਜੀ। ਸੋ ਜੇ ਬੀਜੇਪੀ ਨੇ ਪੰਜਾਬ 'ਚ ਸਰਕਾਰ ਬਣਾਉਣੀ ਹੈ ਤੇ ਬੀਜੇਪੀ ਜ਼ਰੂਰ ਚਾਹੂਗੀ, ਪੰਜਾਬ ਵਾਲੀ ਵੀ ਕੇਂਦਰ ਵਾਲੀ ਵੀ, ਕਿ ਗੱਲ ਟਕਰਾਅ ਵਾਲੇ ਪਾਸੇ ਨਾ ਜਾਵੇ, ਕਿਤੇ ਨਾ ਕਿਤੇ ਕਿਸਾਨਾਂ ਦੇ ਨਾਲ ਕਿਸੇ ਪੁਆਇੰਟ ਤੇ ਆ ਕੇ ਗੱਲ ਮੁੱਕ ਜੇ। ਦੇਖੋ, ਅਗਰ ਤਾਂ ਬੀਜੇਪੀ ਵਾਲੇ ਕਾਨੂੰਨ ਹੀ ਰੱਦ ਕਰ ਦਿੰਦੇ ਨੇ ਫਿਰ ਤਾਂ ਕਿਸਾਨਾਂ ਨੇ ਭੰਗੜੇ ਪਾ ਦੇਣੇ ਨੇ, ਲੱਡੂ ਵੰਡੇ ਆਉਣੇ ਨੇ, ਫਿਰ ਤਾਂ ਬੀਜੇਪੀ ਰਹੂ ਬਹੁਤ ਫਾਇਦੇ 'ਚ। ਅਗਰ ਕਿਸਾਨ ਗੱਲਬਾਤ ਕਰਕੇ ਕਿਸਾਨਾਂ ਨਾਲ, ਸਰਕਾਰ ਗੱਲਬਾਤ ਕਰਕੇ ਕਿਸਾਨਾਂ ਨਾਲ ਕੋਈ ਹੱਲ ਕੱਢ ਦਿੰਦੀ ਹੈ ਤਾਂ ਵੀ ਭਾਰਤੀ ਜਨਤਾ ਪਾਰਟੀ ਲਈ ਇੱਕ ਚੰਗੀ ਸਥਿਤੀ ਪੰਜਾਬ 'ਚ ਪੈਦਾ ਹੋ ਸਕਦੀ ਹੈ ਵੀ ਚਲੋ ਦੇਰ ਆਏ ਦਰੁਸਤ ਆਏ, ਆਖਰਕਾਰ ਭਾਰਤੀ ਜਨਤਾ ਪਾਰਟੀ ਨੇ ਕਿਸਾਨਾਂ ਦੀ ਗੱਲ ਸੁਣੀ ਔਰ ਬਹਿ ਕੇ ਮਸਲਾ ਨਿਬੇੜਿਆ, ਕਿਉਂਕਿ ਡਾਇਲੌਗ ਨਾਲ ਮਸਲੇ ਨਿਬੜਦੇ ਨੇ। ਤੀਜੀ ਸਥਿਤੀ ਇਹ ਹੈ ਵੀ ਜੇ ਭਾਰਤੀ ਜਨਤਾ ਪਾਰਟੀ ਕੋਈ ਵੀ ਗੱਲਬਾਤ ਨਹੀਂ ਕਰਦੀ ਕਿਸਾਨਾਂ ਨਾਲ, ਆਪਣੇ ਇਸੇ ਰਵੱਈਏ ਤੇ ਕਾਇਮ ਰਹਿੰਦੀ ਹੈ ਕਿ ਕਾਨੂੰਨ ਰੱਦ ਨਹੀਂ ਹੋਣੇ, ਅਸੀਂ ਕਿਸੇ ਤਰ੍ਹਾਂ ਦੀ ਗੱਲਬਾਤ ਅੱਗੇ ਨਹੀਂ ਵਧਾਉਣੀ, ਜਾਂ ਐਮਐਸਪੀ ਤੇ ਕੋਈ ਕਾਨੂੰਨ ਨਹੀਂ ਬਣਾਉਣਾ, ਜਾਂ ਇਹਨਾਂ ਕਾਨੂੰਨਾਂ ਦੇ ਵਿੱਚ ਕਿਸਾਨਾਂ ਦੀ ਮੰਗ ਦੇ ਮੁਤਾਬਕ ਚੀਜ਼ਾਂ ਦਾਖਲ ਨਹੀਂ ਕਰਨੀਆਂ, ਜਾਂ ਕਾਨੂੰਨ ਰੱਦ ਨਹੀਂ ਕਰਨੇ, ਕਿਸਾਨਾਂ ਦੀ ਤਾਂ ਇਹੀ ਮੰਗ ਹੈ ਜੀ। ਭਾਵ ਅਗਰ ਕੋਈ ਸਮਝੌਤੇ ਦੀ ਸਥਿਤੀ ਨਹੀਂ ਆਉਂਦੀ, ਉਸ ਸੂਰਤ 'ਚ ਪੰਜਾਬ 'ਚ ਭਾਰਤੀ ਜਨਤਾ ਪਾਰਟੀ ਨੂੰ ਸਿਆਸੀ ਤੌਰ ਤੇ ਨੁਕਸਾਨ ਹੋ ਸਕਦਾ ਹੈ। ਸੋ ਮੈਨੂੰ ਇਹ ਲੱਗਦਾ ਕਿ ਸੁਰਜੀਤ ਕੁਮਾਰ ਜਾਣੀ ਨੂੰ ਜ਼ਰੂਰ ਪਤਾ ਹੋਣਾ, ਕਿਉਂਕਿ ਜਾਣੀ ਪਹਿਲਾਂ ਵੀ ਐਮਐਲਏ ਰਹੇ ਨੇ ਬੀਜੇਪੀ ਦੇ ਜੀ, ਔਰ ਹੁਣ ਜ਼ਰੂਰ ਬੀਜੇਪੀ ਵਾਲੇ ਪੰਜਾਬ ਦੇ ਮੀਟਿੰਗਾਂ ਕਰ ਰਹੇ ਨੇ, ਕਿਉਂਕਿ ਉਹਨਾਂ ਦਾ ਟਾਰਗੇਟ ਹੈ ਕਿ ਅਸੀਂ ਪੰਜਾਬ 'ਚ ਚੋਣਾਂ ਲੜਨੀਆਂ। ਜੇ ਉਹ ਕਹਿੰਦੇ ਨੇ ਅਸੀਂ ਪੰਜਾਬ 'ਚ ਚੋਣਾਂ ਲੜਨੀਆਂ, ਕਾਂਗਰਸ ਦਾ ਸ਼ਹਿਰੀ ਵੋਟ ਬੈਂਕ ਵੀ ਭਾਰਤੀ ਜਨਤਾ ਪਾਰਟੀ ਨੂੰ ਜਾਣ ਦੀ ਕਾਫੀ ਸੰਭਾਵਨਾ ਹੈ। ਦੇਖੋ, ਮੈਂ ਤੁਹਾਨੂੰ ਗੱਲ ਕਹਾਂ ਜੀ, ਜੋ ਮੈਂ ਮਹਿਸੂਸ ਕਰਦਾ ਪੰਜਾਬ 'ਚ ਜਿਹੜਾ ਸ਼ਹਿਰੀ ਵੋਟ ਬੈਂਕ ਹੈ, ਕੁਝ ਹੱਦ ਤੱਕ ਕਾਂਗਰਸ ਦਾ ਵੀ ਭਾਜਪਾ ਨੂੰ ਜਾਣ ਦੀ ਸੰਭਾਵਨਾ ਹੈ। ਜਿਹੜਾ ਅਕਾਲੀ ਦਲ ਕਰਕੇ ਰੁੱਸ ਜਾਂਦਾ ਸੀ ਭਾਜਪਾ ਤੋਂ, ਕਾਂਗਰਸ ਨੂੰ ਪੈ ਜਾਂਦਾ ਸੀ, ਉਹ ਵੀ ਭਾਜਪਾ ਵੱਲ ਮੁੜਿਆ। ਸੋ ਪੰਜਾਬ ਦੇ ਸ਼ਹਿਰਾਂ 'ਚ ਭਾਜਪਾ ਦੀ ਸਥਿਤੀ ਪਹਿਲਾਂ ਦੇ ਮੁਕਾਬਲੇ ਥੋੜੀ ਜਿਹੀ ਚੰਗੀ ਹੋ ਜੂ। ਇੱਕ ਤਾਂ ਅਕਾਲੀ ਦਲ ਦਾ ਸਾਥ ਛੁੱਟ ਗਿਆ, ਇੱਕ ਕਾਂਗਰਸ ਕਮਜ਼ੋਰ ਹੋਈ ਪਈ ਹੈ। ਇਹ ਦੋ ਤਿੰਨ ਕਾਰਨ ਨੇ। ਅਗਰ ਕਿਸਾਨੀ ਮਸਲੇ ਭਾਰਤੀ ਜਨਤਾ ਪਾਰਟੀ ਨਿਬੇੜ ਗਈ ਤੇ ਫਿਰ ਭਾਰਤੀ ਜਨਤਾ ਪਾਰਟੀ ਮੁਕਾਬਲੇ 'ਚ ਆ ਜਾਊ, ਕਿਉਂਕਿ ਜਿਹੜੀ
ਜਿਹੜੀ ਪੰਜਾਬ ਦੀ ਦਿਹਾਤੀ ਵੋਟ ਬੈਂਕ ਹੈ, ਮੈਨੂੰ ਲੱਗਦਾ ਗਗਨ ਉਹ ਇਸ ਵਾਰ ਵੰਡੀ ਜਾਣੀ ਹੈ। ਦੇਖੋ ਢੀਂਡਸੇ ਵੱਖਰੇ ਹੋ ਗਏ, ਇਹ ਵੀ ਹੋ ਸਕਦਾ ਹੈ ਕਿਸਾਨਾਂ ਦੀਆਂ ਕੋਈ ਜਥੇਬੰਦੀਆਂ ਚੋਣਾਂ ਚ ਆ ਜਾਣ, ਆਪ ਵਾਲੇ ਹੈਗੇ ਨੇ, ਢੀਂਡਸੇ ਵੱਖਰੇ ਨੇ, ਅਕਾਲੀ ਦਲ ਵੀ ਹੈ, ਕਾਂਗਰਸ ਵੀ ਹੈ ਜੀ। ਸੋ ਇਹ ਚਾਰ ਧਿਰਾਂ ਤਾਂ ਮੁੱਖ ਹੀ ਹੋ ਗਈਆਂ ਨਾ, ਟਕਸਾਲੀ ਵੀ ਨੇ, ਆ ਲਿਪ ਖਹਿਰਾ ਬੈਂਸ ਵਾਲੇ ਲੀਡਰ ਵੀ ਹੈਗੇ ਨੇ। ਸੋ ਦਿਹਾਤੀ ਜਿਹੜੀ ਪੇਂਡੂ ਵੋਟ ਬੈਂਕ ਹੈ ਨਾ ਸਾਡੀ, ਉਹਦੇ ਵੰਡਣ ਦਾ ਖਤਰਾ ਹੈਗਾ। ਅਜਿਹੀ ਸੂਰਤ ਚ ਬੀਜੇਪੀ ਚਾਹੂਗੀ ਕਿ ਅਸੀਂ ਕਿਸਾਨਾਂ ਨਾਲ ਇੱਜ਼ਤਦਾਰ ਸਮਝੌਤਾ ਕਰ ਲਈਏ। ਇਸੇ ਕਰਕੇ ਜਾਨੀ ਨੇ ਕਿਹਾ ਨਾ ਵੀ ਮੁੜ ਕੇ ਕੋਈ ਪ੍ਰਸਤਾਵ ਮਿਲਣ ਦੀ ਸੰਭਾਵਨਾ ਹੈ, ਭਾਵ ਕਿ ਲਗਾਤਾਰ ਮੀਟਿੰਗਾਂ ਹੋਈਆਂ ਅਮਿਤ ਸ਼ਾਹ ਦੀਆਂ, ਨਰਿੰਦਰ ਤੋਮਰ ਹੋਣਾ ਨਾਲ, ਰਾਜਨਾਥ ਸਿੰਘ ਨਾਲ, ਸੋ ਕੋਈ ਨਾ ਕੋਈ ਵਿਉਂਤ ਪਲਾਨ ਬੀ ਜ਼ਰੂਰ ਬਣਾ ਰਹੀ ਹੋਣੀ ਹੈ ਭਾਰਤੀ ਜਨਤਾ ਪਾਰਟੀ ਵੀ ਜੇ ਕਾਨੂੰਨ ਰੱਦ ਕਰਨ ਤੇ ਕਿਸਾਨ ਅੜੇ ਨੇ ਤੇ ਅਸੀਂ ਕੋਈ ਪਲਾਨ ਬੀ ਦਈਏ ਜਿਹਦੇ ਤੇ ਘੱਟੋ ਘੱਟ ਕਿਸਾਨ ਗੱਲਬਾਤ ਦੇ ਟੇਬਲ ਤੇ ਆ ਜਾਣ ਤੇ ਫਿਰ ਅਸੀਂ ਮਨਾ ਲਾਂਗੇ। ਦੇਖੋ ਇੱਕ ਵਾਰੀ ਜਦੋਂ ਗੱਲ ਨੇੜੇ ਲੱਗ ਜੇ ਫਿਰ ਜੱਫੀਆਂ ਪੈ ਹੀ ਜਾਂਦੀਆਂ ਹੁੰਦੀਆਂ ਨੇ ਜੀ। ਬਿਲਕੁਲ ਆਪਾਂ ਤਾਂ ਰੂਸੀਆਂ ਬਰਾਤਾਂ ਜੱਫੀ ਪਾ ਕੇ ਦੁਬਾਰਾ ਰਸਗੁੱਲੇ ਗੁਲਾਬ ਜਾਮਣਾ ਖਾਂਦੀਆਂ ਦੇਖੀਆਂ ਨੇ ਜੀ। ਆਪ ਵਿਆਹਾਂ 'ਚ ਬਰਾਤਾਂ ਕਈ ਵਾਰੀ ਲੜ ਪੈਂਦੀਆਂ ਕਿਸੇ ਗੱਲ ਤੋਂ, ਹੈ ਜੀ। ਬਿਲਕੁਲ ਕਈ ਵਾਰੀ ਬਰਾਤ ਹਜੇ ਆਈ ਹੁੰਦੀ, ਆਉਂਦੇ ਸਾਰੀ ਮਨ ਮਿਟਾ ਹੋ ਜਾਂਦੇ ਨੇ ਜੀ। ਸੋ ਮੈਂ ਕਹਿ ਸਕਦਾ ਕਿ ਸੁਰਜੀਤ ਕੁਮਾਰ ਜਿਆਣੀ ਉਹਨਾਂ ਨੂੰ ਜ਼ਰੂਰ ਕੋਈ ਖੁਸ਼ਬੂ ਮਿਲੀ ਹੋਣੀ ਹੈ ਭਾਜਪਾ ਚੋਂ, ਜਿਹਦੇ ਨਾਲ ਉਹਨਾਂ ਨੇ ਇਹ ਬਿਆਨ ਦਿੱਤਾ ਹੈ। ਅਗਰ ਆਪਣੇ ਕੋਲੇ ਬਿਆਨ ਹੈ, ਉਪਲਬਧ ਹੈ, ਆਪਾਂ ਇੱਕ ਵਾਰੀ ਸੁਣਾ ਵੀ ਦਿੰਦੇ ਹਾਂ ਸੁਰਜੀਤ ਕੁਮਾਰ ਜਿਆਣੀ ਦਾ ਬਿਆਨ, ਜਿਹੜਾ ਗਗਨ ਉਹਨਾਂ ਨੇ ਵੀ ਸਾਡੇ ਸਾਰਿਆਂ ਦੇ ਲਈ ਸਾਂਝਾ ਕੀਤਾ। ਇੱਕ ਵਾਰੀ ਸੁਣ ਲਈਏ ਸੁਰਜੀਤ ਕੁਮਾਰ ਜਿਆਣੀ ਦੀ ਗੱਲ। ਤੇ ਅੱਜ ਜਿਹੜੀ ਗੱਲ ਹੈ ਕਿ ਕਿਸਾਨ ਜਥੇਬੰਦੀਆਂ ਵੱਲੋਂ ਗੱਲ ਆਈ ਹੈ ਕਿ ਅਸੀਂ ਜਿਹੜਾ ਹੈ ਯੈਸ ਔਰ ਨੋ, ਹਾਂ ਔਰ ਨਾ ਤੋਂ ਅੱਗੇ ਵਧਾਂਗੇ, ਅੱਗੇ ਵਧ ਕੇ ਅਸੀਂ ਗੱਲ ਕਰਾਂਗੇ ਸਰਕਾਰ ਨਾਲ। ਸਰਕਾਰ ਪਹਿਲੇ ਹੀ ਤਿਆਰ ਸੀ, तो किसान जथेबंदियां जो बड़ा जिगरा करके अगे बढ़ रही है तो सरकार तो किसानों के नाल ही है और सरकार भी गल करने नूं तैयार है। तो हुण जिहड़ी है टेबल ते बड़ी जल्दी जिहड़ी है अज या कल या 2 दिनों के विच गल मैनूं लगदा है कि संभावना भी है गल हो जूगी। कैसे होगी गल? आपकी जो बातचीत है वो किसान नेताओं के साथ भी हो रही है, सरकार में आप अपनी बात नहीं गल तो टेबल ते होनी जाए, जो टेबल ते बैठणगे जो एक गल मतलब कहता यस और नो जो पीछे होगी गल तो उदों वध के अगे गल करनगे तो फिर समस्या ते गल होणगी। ਉਹਦੇ ਵਿੱਚ ਜਥੇਬੰਦੀਆਂ ਵੀ ਕਹਿੰਦੀਆਂ ਵੀ ਸਾਡੇ ਇੰਨੇ ਸੀਗੇ ਤੇ 8-9 ਸਾਡੇ ਪੂਰੇ ਹੋ ਗਏ, ਜਿਹੜੀ ਸਾਡੀ ਮੰਗ ਸੀ ਪੂਰੀ ਹੋ ਗਈ ਕਿ 2 ਹੋਰ ਰਹਿੰਦੀ ਹੈ ਉਹ ਵੀ ਪੂਰੀ ਹੋ ਜੂਗੀ। ਐਕਸਟਰਾ ਕੋਈ ਹੋਰ ਗੱਲ ਹੋਈ ਉਹ ਵੀ ਬੈਠ ਕੇ ਗੱਲ ਹੋਏਗੀ, ਉਹਦੇ ਵਿੱਚ ਅਸੀਂ ਤਾਂ ਕੁਝ ਨਹੀਂ ਕਹਿ ਸਕਦੇ। ਅੱਛਾ ਮੀਟਿੰਗ ਹੋਏਗੀ, ਜਥੇਬੰਦੀਆਂ ਔਰ ਸਰਕਾਰ ਜਦੋਂ ਗੱਲ ਕਰਨਗੇ ਉਹਦੇ ਵਿੱਚ ਹੱਲ ਹੋਊਗਾ। क्या सरकार बिल वापस ले रही है? नहीं बिल जो वापस की बात है ना वो तो सरकार यस और नो बिल पे तो बात थी। बिल कोई ऐसे है कि सरकार की कोई अड़ी नहीं है, सरकार की कोई अजी गल नहीं है कि अड़के कोई कहते सरकार कदे नहीं अड़दी। कल देखो तुसीं नरेंद्र मोदी जी ने बड़ी विस्तार नाल किसानों नाल गल कीती, प्रार्थना भी की, हथ जोड़ के भी गल की। देखो सरकारां दे विच आकड़ कदे नहीं हुंदी अपने लोगों के प्रति, अपने किसानों के अपने भरावां के प्रति। उन्होंने बड़े बड़ा जेरा दिखा के कहा कि असी हर टाइम तैयार, असी ये मसला हल करांगे। तो हुण जदों मीटिंग आएगी उहदे विच हल हो जाएगा। बिल वापस होंगे या नहीं? नहीं बिल वापस हो गए नहीं, इस पे आप ना तो मैं कुछ कह सकता, ये तो मीटिंग के अंदर बात होगी। और वो तो सरकार ने पहले कहती है, हमारी सरकार की कोई आकड़ करके नहीं है कि हमने ये आंकड़ बड़ी करनी है। सरकार की कोई मजबूरी होगी, सरकार इसमें कोई और चीज़ देखती होगी तो किसानों को भी सरकार की मजबूरी समझनी चाहिए और सरकार को किसानों की मजबूरी समझनी चाहिए। दोनों की एक दूसरे की मजबूरी समझते हुए भी अच्छे रस्ते की ओर जाके हमें फैसला करना। सो सुरजीत कुमार जियाणी उन्होंने ਆਪਾਂ ਸੁਣਿਆ, ਆਪਾਂ ਆਸ ਇਹ ਕਰਦੇ ਹਾਂ ਕਿ ਕਿਸਾਨ ਤੇ ਸਰਕਾਰ ਮਿਲ ਕੇ ਮਸਲੇ ਦਾ ਹੱਲ ਕੱਢ ਲੈਣ। ਉਹਦੇ ਵਰਗੀ ਰੀਸ ਨਹੀਂ, ਕਿਉਂਕਿ ਠੰਡ ਬਹੁਤ ਜ਼ਿਆਦਾ ਹੈ ਗਗਨ ਜੀ, ਬਹੁਤ ਠੰਡ ਹੈ। ਹਾਲਾਂਕਿ ਉੱਥੇ ਜਿਹੜੇ ਵੀ ਲੋਕ ਜਾ ਰਹੇ ਨੇ ਸਿੰਘੂ ਬਾਰਡਰ ਤੇ ਉਹ ਦੇਖਦੇ ਨੇ ਕਿ ਉੱਥੇ ਇੰਨਾ ਲੰਬਾ ਧਰਨਾ ਹੈ, ਟਰਾਲੀਆਂ 'ਚ ਬਾਹਰ ਲੰਗਰ ਨੇ, ਖਾਣ ਪੀਣ ਦੇ ਇੰਤਜ਼ਾਮ ਨੇ। ਔਰ ਦੇਖੋ ਟਰਾਲੀ ਟਾਈਮਜ਼ ਅਖਬਾਰ ਵੀ ਨਿਕਲ ਗਿਆ ਉੱਥੋਂ, ਕਹਿੰਦੇ 2000 ਪੰਨਿਆਂ ਦਾ ਪਹਿਲੀ ਕਾਪੀ ਤਾਂ ਵੰਡੀ ਵੀ ਗਈ। ਦੇਖੋ ਅਖਬਾਰ ਕੱਢਣਾ ਪੰਜਾਬ ਦਾ ਇਤਿਹਾਸ ਰਿਹਾ। ਕਰਤਾਰ ਸਿੰਘ ਸਰਾਭਾ ਜੀ ਉਹ ਵੀ ਅਖਬਾਰ ਨਾਲ ਜੁੜੇ ਰਹੇ, ਸ਼ਹੀਦ ਕਰਤਾਰ ਸਿੰਘ ਸਰਾਭਾ। ਭਗਤ ਸਿੰਘ ਵੀ ਪੱਤਰਕਾਰੀ ਸੀ, ਹੈ ਜੀ। ਸ਼ਹੀਦ ਭਗਤ ਸਿੰਘ ਕਿੰਨੀਆਂ ਲਿਖਤਾਂ ਲਿਖੀਆਂ ਭਗਤ ਸਿੰਘ ਨੇ। ਆ ਮੰਜੇ ਵਾਲੀ ਫੋਟੋ ਤਾਂ ਬਹੁਤ ਹੀ ਮਸ਼ਹੂਰ ਹੈ ਭਗਤ ਸਿੰਘ ਦੀ, ਮੰਜੇ ਜੇਲ੍ਹ ਦੇ ਮੰਜੇ ਤੇ ਬੈਠਾ ਡਾਇਰੀ ਪੜ੍ਹ ਰਿਹਾ ਭਗਤ ਸਿੰਘ, ਕਿਤਾਬ ਪੜ੍ਹ ਰਿਹਾ ਜੀ। ਲਿਖੀ ਵੀ ਭਗਤ ਸਿੰਘ ਨੇ, ਕਿਤਾਬਾਂ ਵੀ ਲਿਖੀਆਂ। ਭਗਤ ਸਿੰਘ ਦੀ ਲਿਖੀ ਕਿਤਾਬ ਵੀ ਨੌਜਵਾਨਾਂ ਨੂੰ ਪੜ੍ਹਨੀ ਚਾਹੀਦੀ ਹੈ, ਸਾਡੇ ਸਾਰੇ ਵਿਦਿਆਰਥੀਆਂ ਨੂੰ ਵੀ ਪੜ੍ਹਨੀ ਚਾਹੀਦੀ ਹੈ। ਸੋ ਅਖਬਾਰ ਉੱਥੇ 2000 ਕਾਪੀਆਂ ਦਾ ਪਹਿਲਾ ਅੰਕ ਆ ਗਿਆ। ਔਰ ਦੇਖੋ ਟਰਾਲੀ ਦੇ ਵਿੱਚ ਹੀ ਡੈਸਕ ਬਣ ਗਿਆ ਜਿੱਥੇ ਲਿਖੀਆਂ ਜਾਂਦੀਆਂ ਨੇ ਟਰਾਲੀ ਟਾਈਮਜ਼ ਦੀਆਂ ਸੁਰਖੀਆਂ ਔਰ ਜਾਣਕਾਰੀਆਂ। ਔਰ ਜਿੰਨੇ ਸਾਡੇ ਉੱਥੇ ਬਜ਼ੁਰਗ, ਸਾਡੇ ਮਾਂ-ਬਾਪ ਨੇ, ਬਜ਼ੁਰਗ ਨੇ ਸਾਡੇ, ਉਹ ਸਾਰੇ ਪੰਜਾਬੀ ਔਰ ਹਿੰਦੀ 'ਚ ਇਹ ਹੈਗਾ ਅਖਬਾਰ, ਉੱਥੋਂ ਉਹਨਾਂ ਨੂੰ ਜਾਣਕਾਰੀ ਮਿਲੂਗੀ। ਔਰ ਏਕਤਾ ਦਾ ਸੁਨੇਹਾ ਉੱਥੋਂ ਜਾ ਰਿਹਾ ਕਿ ਇਹ ਸਿਆਸੀ ਜਿਹੜਾ ਹੈਗਾ ਇਹਨੂੰ ਸਿਆਸੀ ਜੰਗ ਕਹਿ ਲਈਏ ਸਰਕਾਰ ਦੇ ਖਿਲਾਫ, ਸਿਆਸੀ ਅੰਦੋਲਨ ਕਹਿ ਲਈਏ, ਜੰਗ ਨਾ ਕਹੀਏ, ਸਿਆਸੀ ਅੰਦੋਲਨ ਹੈ ਇਹ।
ਜਾਂ ਹੱਕ ਦਾ ਅੰਦੋਲਨ ਹੈ, ਸਿਆਸੀ ਅੰਦੋਲਨ ਵੀ ਇਹਨੂੰ ਕਾਹਨੂੰ ਕਹੀਏ ਗਗਨ। ਬਿਲਕੁਲ ਇਹ ਹੱਕ ਦਾ ਅੰਦੋਲਨ ਹੈ। ਸੋ ਇਸ ਹੱਕ ਦੇ ਅੰਦੋਲਨ ਦਾ ਜਜ਼ਬਾ ਉੱਥੇ ਮਜ਼ਬੂਤ ਪੈਦਾ ਹੋ ਰਿਹਾ ਹੈ ਕਿ ਸ਼ਾਂਤੀ ਨਾਲ, ਏਕਤਾ ਦੇ ਨਾਲ ਅਸੀਂ ਇਹ ਹੱਕ ਦਾ ਅੰਦੋਲਨ ਹੈ ਜਿਹੜਾ ਇਹ ਫਤਿਹ ਕਰਨਾ। ਬਿਲਕੁਲ। ਤੇ ਡੱਲਾ ਜੀ, ਇਸ ਦੇ ਨਾਲ ਹੀ ਜੇ ਕਿਸਾਨੀ ਅੰਦੋਲਨ ਦੀ ਗੱਲ ਕਰੀਏ, ਜਿਸ ਤਰ੍ਹਾਂ ਆਪਾਂ ਭਾਜਪਾ ਦੀ ਪੰਜਾਬ ਦੇ ਵਿੱਚ ਗੱਲ ਕਰ ਰਹੇ ਸੀ 2022 ਨੂੰ ਲੈ ਕੇ, ਜਿਸ ਤਰ੍ਹਾਂ ਤੁਹਾਨੂੰ ਲੱਗ ਰਿਹਾ ਕਿ ਜਿਸ ਤਰ੍ਹਾਂ ਖੇਤੀ ਅੰਦੋਲਨ ਦੇ ਵਿੱਚ ਦਿਨ ਵਧੀ ਜਾਣਗੇ, ਉਵੇਂ ਉਵੇਂ ਭਾਜਪਾ ਦੀ ਪੰਜਾਬ ਦੇ ਵਿੱਚ ਸਰਕਾਰ ਆਉਣ ਦੇ ਜਿਹੜੇ ਅਸਾਰ ਨੇ ਉਹ ਘਟਦੇ ਜਾਣਗੇ? ਦੇਖੋ, ਅੰਦੋਲਨ ਤਾਂ ਜਿਵੇਂ ਵੱਧਦਾ ਜਾਊਗਾ, ਦੇਖੋ ਨਿਸ਼ਚਿਤ ਤੌਰ ਤੇ ਨਾ ਭਾਰਤੀ ਜਨਤਾ ਪਾਰਟੀ ਨੂੰ ਬਹੁਤ ਹਮਾਇਤ ਮਿਲੀ ਪੰਜਾਬ ਚੋਂ। ਔਰ 1.5-2 ਸਾਲ ਪਹਿਲਾਂ ਮਾਹੌਲ ਇਹ ਸੀ ਕਿ ਪੰਜਾਬ ਦੇ ਬਹੁਤੇ ਲੋਕ ਚਾਹਣ ਲੱਗੇ ਸੀ ਵੀ ਜੇ ਭਾਰਤੀ ਜਨਤਾ ਪਾਰਟੀ ਆਪਣੇ ਦਮ ਤੇ ਖੜੇ ਪੰਜਾਬ 'ਚ ਤੇ ਜਿੱਤ ਜੂ। ਜੀ। ਹਰਿਆਣੇ 'ਚ ਕਿੱਡੀ ਹਵਾ ਚੱਲੀ ਸੀ ਨਰਿੰਦਰ ਮੋਦੀ ਉਹਨਾਂ ਦੀ, ਹਨੇਰੀ ਝੂਲਦੀ ਸੀ ਮੋਦੀ ਸਾਹਿਬ ਦੀ ਹਰਿਆਣੇ 'ਚ। ਪੰਜਾਬ 'ਚ ਵੀ ਇੱਕ ਵਾਰੀ ਮਾਹੌਲ ਬਣਿਆ। ਕਰਤਾਰਪੁਰ ਸਾਹਿਬ ਦੇ ਲਾਂਘੇ ਦਾ ਉਦਘਾਟਨ ਕਰਨ ਵੀ ਪ੍ਰਧਾਨ ਮੰਤਰੀ ਸਾਹਿਬ ਖੁਦ ਆਏ। ਚੰਗੀ ਗੱਲ ਹੈ, ਪੰਜਾਬ ਨਾਲ ਉਹਨਾਂ ਦਾ ਪੁਰਾਣਾ ਤਜਰਬਾ ਰਿਹਾ। ਭਾਰਤੀ ਜਨਤਾ ਪਾਰਟੀ ਦੇ ਆਗੂ ਦੇ ਤੌਰ ਤੇ ਨਰਿੰਦਰ ਮੋਦੀ ਹੁਣੀ ਪੰਜਾਬ 'ਚ ਵਿਚਰੇ ਨੇ। ਜੇ ਭਾਰਤੀ ਜਨਤਾ ਪਾਰਟੀ ਇਸ ਅੰਦੋਲਨ ਨੂੰ ਲੰਬਾ ਨਾ ਚੱਲਣ ਦੇਵੇ ਤੇ ਮਸਲੇ ਦਾ ਹੱਲ ਕੱਢ ਲੇ ਤਾਂ ਬੀਜੇਪੀ ਜ਼ਰੂਰ ਫਾਇਦੇ 'ਚ ਰਹੂਗੀ। ਅਗਰ ਜਿੰਨਾ ਇਹ ਅੰਦੋਲਨ ਲੰਬਾ ਚੱਲੂਗਾ ਜੀ, ਉਹਦਾ ਭਾਰਤੀ ਜਨਤਾ ਪਾਰਟੀ ਦੀ ਸਿਆਸੀ ਇਮੇਜ ਤੇ ਤਾਂ ਫਰਕ ਪਊਗਾ। ਪਰ ਅਗਰ ਮੈਂ ਕਹਿੰਦਾ 10-15 ਦਿਨਾਂ ਬਾਅਦ ਵੀ ਅੰਦੋਲਨ ਚੱਲਦੇ ਹੋਏ, 20 ਦਿਨ ਬਾਅਦ ਵੀ ਅਗਰ ਬੀਜੇਪੀ ਕੋਈ ਅਜਿਹਾ ਹੱਲ ਕੱਢ ਲੇ ਜਿਹਦੇ ਨਾਲ ਪੰਜਾਬ ਦੀ ਕਿਸਾਨੀ ਖੁਸ਼ ਹੋ ਜੇ, ਜੀ, ਗੱਲ ਤਾਂ ਪੰਜਾਬ ਦੀ ਕਿਸਾਨੀ ਦੇ ਹੱਕਾਂ ਦੀ ਹੈ। ਜੀ, ਉਹ ਬੀਜੇਪੀ ਅੱਜ ਦੇ 10 ਦਿਨਾਂ ਬਾਅਦ ਦੇ 15 ਦਿਨਾਂ ਬਾਅਦ ਦੇ। ਕਈ ਵਾਰੀ ਸਮਝੌਤਾ ਕਰਨ ਵੇਲੇ ਸਰਕਾਰਾਂ ਨੂੰ ਜ਼ਰੂਰਤ ਤੋਂ ਵੱਧ ਵੀ ਦੇਣਾ ਪੈ ਜਾਂਦਾ। ਕੋਈ ਗੱਲ ਨਹੀਂ, ਆਪਣੀ ਸਰਕਾਰ ਹੈ, ਆਪਣੇ ਹੀ ਲੋਕ ਹੈ ਜੀ, ਹੈ ਜੀ। ਇਹ ਮੁਨਾਫਾ ਕਿਹੜਾ ਗੁਆਂਢੀ ਮੁਲਕ ਨੂੰ ਚੱਲਿਆ, ਜੇ ਕਿਸਾਨਾਂ ਨੂੰ ਪੂਰਾ ਮੁਨਾਫਾ ਹੋ ਜਾਊਗਾ। ਬਿਲਕੁਲ। ਸੋ ਬੀਜੇਪੀ ਅਗਰ ਕੋਈ ਹੱਲ ਕੱਢ ਲੂਗੀ ਤਾਂ ਫਾਇਦੇ 'ਚ ਰਹੂਗੀ। ਜੀ। ਤੇ ਡੱਲਾ ਜੀ, ਇੱਧਰ ਇੱਕ ਪਾਸੇ ਕਿਸਾਨਾਂ ਨੇ ਮੋਰਚਾ ਲਾਇਆ, ਉਧਰ ਭਾਜਪਾ ਵਾਲਿਆਂ ਨੇ ਵੀ ਕਹਿੰਦੇ ਇੱਕ ਮੋਰਚੀ SYL ਦੇ ਉੱਤੇ ਸ਼ੁਰੂ ਕਰਤੀ, ਭੁੱਖ ਹੜਤਾਲ ਕੀਤੀ ਆ ਬੀਤੇ ਦਿਨ ਹੀ। ਕਹਿੰਦੇ SYL ਦੇ ਪਾਣੀ ਫੇਰ ਤੋਂ ਹਰਿਆਣੇ ਨੂੰ ਦਬਾ ਕੇ ਰਵਾਂਗੇ। ਦੇਖੋ, ਭਾਰਤੀ ਜਨਤਾ ਪਾਰਟੀ ਦੇ ਹਰਿਆਣੇ ਦੇ ਕੁਝ ਲੀਡਰ ਨੇ ਜੀ, ਜਿਨ੍ਹਾਂ ਨੇ ਉੱਥੇ ਅੰਦੋਲਨ ਸ਼ੁਰੂ ਕੀਤਾ ਹੈ। ਉਹ ਕਹਿੰਦੇ 54 ਸਾਲ ਹੋ ਗਏ ਸਾਨੂੰ SYL ਦਾ ਪਾਣੀ ਨਹੀਂ ਮਿਲਿਆ, ਹੱਕ ਨਹੀਂ ਮਿਲਿਆ। ਦੇਖੋ, ਸੁਪਰੀਮ ਕੋਰਟ ਨੇ ਤਾਂ ਕਹਿ ਰੱਖਿਆ ਕਿ ਦੋਵੇਂ ਸੂਬੇ ਮਿਲ ਕੇ ਮਸਲੇ ਦਾ ਹੱਲ ਕਰ ਲੈਣ। ਹੁਣ ਜਿਹੜੇ ਭਾਰਤੀ ਜਨਤਾ ਪਾਰਟੀ ਵਾਲੇ ਉੱਥੇ ਅੰਦੋਲਨ ਕਰ ਰਹੇ ਨੇ, ਉਹ ਮਨੋਹਰ ਲਾਲ ਖੱਟੜ ਉਹਨਾਂ ਦੇ ਦਫ਼ਤਰ ਜਾਂ ਘਰ ਦੇ ਬਾਹਰ ਜਾ ਕੇ ਧਰਨੇ ਮਾਰ। ਜੀ, ਸੁਪਰੀਮ ਕੋਰਟ ਨੇ ਕਹਿਤਾ ਕਿ ਦੋਵੇਂ ਸੂਬੇ ਗੱਲ ਕਰ ਲੈਣ, ਕੇਂਦਰ ਸਰਕਾਰ ਅਗਰ ਦਖਲ ਦੇ ਕੇ ਹੱਲ ਕਰਾ ਸਕਦੀ ਹੈ ਕਰਾ ਲੈ। ਸੋ ਭਾਰਤੀ ਜਨਤਾ ਪਾਰਟੀ ਜਿਹੜੇ ਹਰਿਆਣੇ ਵਾਲੇ ਆ, ਉਹਨਾਂ ਨੂੰ ਜਾਂ ਤਾਂ ਮੋਦੀ ਸਾਹਿਬ ਕੋ ਜਾਣਾ ਚਾਹੀਦਾ, ਅਮਿਤ ਸ਼ਾਹ ਕੋ ਜਾਣਾ ਚਾਹੀਦਾ, ਜਾਂ ਮਨੋਹਰ ਲਾਲ ਖੱਟੜ ਕੋ ਜਾਣਾ ਚਾਹੀਦਾ। ਜੀ, ਕਿਉਂਕਿ ਸਰਕਾਰ ਕੇਂਦਰ 'ਚ ਵੀ ਇਹਨਾਂ ਦੀ ਹੈ, ਸੂਬਾ ਵੀ ਇਹਨਾਂ ਦਾ। ਪੰਜਾਬ ਨੂੰ ਪੰਜਾਬ ਦੇ ਬਣਦੇ ਹੱਕ ਮਿਲ ਜਾਣ, ਮਸਲੇ ਨਿਬੜ ਜਾਣੇ ਨੇ। ਜੀ। ਕੱਲ ਨੂੰ ਇਹ ਵੀ ਕਿਸੇ ਲੈਵਲ ਤੇ ਸਮਝੌਤਾ ਆ ਸਕਦਾ ਹੈ ਕਿ ਤੁਸੀਂ ਰਾਵੀ ਦਾ ਜਿਹੜਾ ਪਾਣੀ ਹੈ ਉਹ ਲਿਆਓ। ਜੀ। ਜਿਵੇਂ ਮੈਂ ਕੱਲ ਵਾਲੇ ਪ੍ਰੋਗਰਾਮ 'ਚ ਵੀ ਗੱਲ ਕੀਤੀ ਸੀ, ਰਾਵੀ ਦਾ ਪਾਣੀ ਆਪਣਾ ਫਾਲਤੂ ਪਾਕਿਸਤਾਨ ਨੂੰ ਜਾ ਰਿਹਾ। ਕੇਂਦਰ ਦੀ ਸਰਕਾਰ ਕਰੇ ਖਰਚਾ, ਰਾਵੀ ਦਾ ਪਾਣੀ ਪੰਜਾਬ ਵਾਲੇ ਪਾਸੇ ਲਿਆਈਏ। ਫਿਰ ਇੱਕ ਕੀ ਸਤਲੁਜ ਯਮੁਨਾ ਲਿੰਕ ਨਹਿਰ ਦਾ ਪਾਣੀ ਡਬਲ ਲੈ ਲਿਓ ਜਾਂ 2 ਕੱਢ ਲਿਓ ਨਹਿਰਾਂ, ਜਦੋਂ ਪਾਣੀ ਸਾਡੇ ਕੋਲੇ ਬਹੁਤ ਹੈ। ਦੇਖੋ, ਜਿਹੜਾ ਪਾਣੀ ਫਾਲਤੂ ਜਾ ਰਿਹਾ ਪਾਕਿਸਤਾਨ ਨੂੰ, ਪੰਜਾਬ ਸੂਬਾ ਐਡੇ ਜੋਗਾ ਕਿੱਥੇ ਆ ਵੀ ਇੰਨੇ ਪੈਸੇ ਲਾ ਦੇ ਜੀ। ਅਸੀਂ ਤਾਂ ਸਾਰੇ ਟੈਕਸ, ਸਾਰਾ ਪੈਸਾ ਇਕੱਠਾ ਕਰਕੇ ਭੇਜ ਦਿੰਦੇ ਆ ਕੇਂਦਰ ਕੋਲੇ। ਆ ਤਾਂ GST ਵਾਲਾ ਨਹੀਂ ਬਕਾਇਆ ਮੁੜਿਆ ਸਾਡਾ ਤਾਂ। ਬਿਲਕੁਲ। ਸੋ ਇਸ ਕਰਕੇ ਇਹ ਕੇਂਦਰ ਸਰਕਾਰ ਦਾ ਅਧਿਕਾਰ ਖੇਤਰ ਹੈ ਜੀ। ਪੰਜਾਬ ਕੋਲੇ ਪਾਣੀ ਹੈ ਨਹੀਂ, ਹੈ ਜੀ। ਮੈਂ ਕਹਿੰਦਾ ਜੇ ਸਤਲੁਜ ਦਾ ਨੱਕਾ ਖੁੱਲਾ ਵੀ ਕਰ ਦਈਏ ਤਾਂ ਵੀ ਨਹੀਂ ਪਾਣੀ ਜਾਣਾ ਹਰਿਆਣੇ। ਬਿਲਕੁਲ। ਬਾਕੀ ਪਿਛਲੀ ਸਰਕਾਰ ਸੀ ਪ੍ਰਕਾਸ਼ ਸਿੰਘ ਬਾਦਲ ਹੋਣ ਵਾਲੀ, ਉਹਨਾਂ ਨੇ ਨਹਿਰਾਂ ਨੂਰਾਂ ਵੀ ਕਹਿੰਦੇ ਉਹ ਜ਼ਮੀਨ ਹੀ ਮੋੜਤੀ ਸੀ। ਬਿਲਕੁਲ। ਹੁਣ ਤਾਂ ਨਵੇਂ ਸਿਰੇ ਉਹ ਟੈਂਡਰ ਲੱਗਣਗੇ, ਫਿਰ ਨਵੇਂ ਸਿਰਿਓਂ ਜ਼ਮੀਨ ਐਕਵਾਇਰ ਹੋਊਗੀ, ਫਿਰ ਕਿਤੇ ਨਹਿਰ ਬਣਨ ਵਾਲੀ ਗੱਲ ਆਉਣੀ। ਹੁਣ ਨਹਿਰ ਤਾਂ ਬਣਦੀ ਨਹੀਂ ਦਿਖਦੀ। ਬਿਲਕੁਲ। ਉਹ ਪਾਣੀ ਲਿਫਾਫਿਆਂ 'ਚ ਪਾ ਕੇ ਥੋੜੀ ਜਾਊਗਾ ਹਰਿਆਣੇ 'ਚ। ਬਿਲਕੁਲ। ਜਿਵੇਂ ਦੁੱਧ ਪੈਕਟਾਂ 'ਚ ਜਾਂਦਾ, ਐਂ ਤਾਂ ਨਹੀਂ ਜਾ ਸਕਦਾ। ਬਿਲਕੁਲ ਨਹੀਂ। ਉਹਦੇ ਲਈ ਨਹਿਰ ਬਣਾਉਣੀ ਪੈਣੀ ਹੈ। ਨਹਿਰ ਹੁਣ ਹੈ ਹੀ ਕਿਤੇ ਨਹੀਂ ਜੀ। ਅੱਧੀ ਨਹਿਰ ਤਾਂ ਵੈਸੇ ਹੀ ਮੈਨੂੰ ਲੱਗਦਾ ਉਹ ਖੁਰ ਗਈ ਹੋਣੀ ਹੈ ਜੀ। ਕਈ ਥਾਂ ਤੇ ਕਹਿੰਦੇ ਜ਼ਮੀਨ ਹੀ ਮੋੜਤੀ ਸੀ ਅਕਾਲੀ ਦਲ ਵਾਲਿਆਂ ਨੇ। ਬਿਲਕੁਲ। ਸੋ ਜੇ ਹੁਣ ਕੇਂਦਰ ਦਖਲ ਦਊਗਾ, ਪੰਜਾਬ ਦੇ ਹੱਕ ਕੋਈ ਵਾਪਸ ਮੁੜਨਗੇ, ਕੋਈ ਪੰਜਾਬ ਨੂੰ ਰਿਪੇਰੀਅਨ ਲਾਅ ਦੇ ਮੁਤਾਬਕ ਫਾਇਦੇ ਮਿਲਣਗੇ। ਦੇਖੋ, ਪਾਣੀ ਕੁਦਰਤੀ ਤੌਰ ਤੇ ਵਗ ਕੇ ਜਿਹੜੇ ਸੂਬੇ 'ਚ ਆਉਂਦਾ ਉਹਦਾ ਹੱਕ ਹੈ ਜੀ। ਪਰ ਪੰਜਾਬ ਕੋਲੇ ਨਹੀਂ। ਪੰਜਾਬ ਕੋਲੇ ਹਾਈਡਰੋ, ਦੇਖੋ ਜਦੋਂ ਇੰਦਰਾ ਗਾਂਧੀ ਦੀ ਸਰਕਾਰ ਸੀ, ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਪਾਵਰ, ਹਾਈਡਰੋ ਪਾਵਰ, ਜੀ, ਹਾਈਡਲ ਪਾਵਰ ਪ੍ਰੋਜੈਕਟ ਸੀ ਜਿਹੜੇ, ਨੋਟੀਫਿਕੇਸ਼ਨ ਨਾਲ ਉਹਦੇ ਕਿੰਨੇ ਹੱਕ ਕੇਂਦਰ ਕੋ ਚਲੇ ਗਏ। ਪਾਣੀਆਂ ਦੀ ਵੰਡ ਦਾ ਹੱਕ ਕੇਂਦਰ ਕੋ ਚੱਲ ਗਿਆ, ਕੇਂਦਰ ਨੇ ਉਹ ਪਾਣੀ ਵੰਡਤਾ।
ਇੰਨਾ ਪਾਣੀ ਜੋ ਉਹਨਾਂ ਸਥਿਤੀਆਂ 'ਚ ਸੀ ਉਹ ਅੱਜ ਸਾਡੇ ਕੋਲ ਹੈ ਹੀ ਨਹੀਂ। ਬਿਲਕੁਲ ਪਹਿਲਾਂ ਤਾਂ ਕੇਂਦਰ ਨਵੇਂ ਸਿਰੇ ਤੋਂ ਨਾਪੇ ਕਿ ਪੰਜਾਬ ਕੋਲੇ ਕਿੰਨੇ ਮਿਲੀਅਨ ਫਿਟ ਪਾਣੀ ਹੈ, ਹਾਂਜੀ ਬਿਲਕੁਲ ਕਿੰਨੇ ਮਿਲੀਅਨ ਫੁੱਟ ਪਾਣੀ ਹੈ ਪੰਜਾਬ ਕੋਲੇ। ਪਹਿਲਾਂ ਹਿਸਾਬ ਕਿਤਾਬ ਦਾ ਪੰਜਾਬ ਦੇ ਪਾਣੀ ਦਾ ਲਾ ਲਓ ਵੀ ਹੈ ਪੰਜਾਬ ਕੋਲੇ ਕਿੰਨਾ ਕੁ। ਬਿਲਕੁਲ ਮੰਗਣ ਵਾਲਿਆਂ ਨੂੰ ਹੋ ਸਕਦਾ ਆਪ ਹੀ ਦੇਣਾ ਪੈ ਜੇ ਵੀ ਭਾਈ ਇਹਨਾਂ ਕੋਲੇ ਤਾਂ ਇਹ ਤੋਂ ਵੀ ਘੱਟ ਹੈ, ਥੋੜਾ ਜਿਹਾ ਇਹਨਾਂ ਨੂੰ ਹੀ ਦਿਓ। ਬਿਲਕੁਲ ਸੋ ਇਸ ਕਰਕੇ ਇਹ ਜਿਹੜੀ ਅੰਦੋਲਨ ਉੱਥੇ ਬੀਜੇਪੀ ਦੇ ਲੀਡਰਾਂ ਨੇ ਕੀਤਾ ਨਾ, ਅਸਲ 'ਚ ਉਹਨਾਂ ਨੇ ਇਸ ਲਈ ਕੀਤਾ ਕਿ ਪੰਜਾਬ ਤੇ ਹਰਿਆਣੇ ਦੇ ਕਿਸਾਨ ਸਾਂਝੀਆਂ ਮੰਗਾਂ ਤੇ ਬੈਠੇ ਆ। ਜੀ ਸੋ ਉੱਥੋਂ ਦੇ ਬੀਜੇਪੀ ਦੇ ਕੁਝ ਲੀਡਰ ਇਹ ਚਾਹੁੰਦੇ ਨੇ ਵੀ ਜਿਹੜੇ ਸਾਡੇ ਕਿਸਾਨ ਨੇ ਹਰਿਆਣੇ ਦੇ, ਉਹ SYL ਦੇ ਮਸਲੇ ਤੇ ਵੀ ਗੱਲ ਚੱਕ ਲੈਣ। ਪਰ ਇਹ ਹਰਿਆਣੇ ਦੇ ਕਿਸਾਨਾਂ ਨੂੰ ਵੀ ਪਤਾ ਹੈ ਵੀ ਪੰਜਾਬ ਵਾਲੇ ਪਾਸੇ ਪਾਣੀ ਹੋਊ ਤਾਂ ਸਾਨੂੰ ਦੇਣਗੇ ਨਾ ਜੀ। ਬਿਲਕੁਲ ਹਾਂਜੀ ਆ ਜਦੋਂ ਸਾਡੇ ਫਾਲਤੂ ਪਾਣੀ ਦੀ ਮਾਰ ਪੈਂਦੀ ਹੈ, ਹੜ੍ਹ ਆਉਂਦੇ ਨੇ, ਆ ਪਾਕਿਸਤਾਨ ਨੂੰ ਹੋਰ ਲੰਘ ਜਾਂਦਾ ਹਰੀਕੇ ਪਤਨ ਤੋਂ। ਜੀ ਪਾਣੀ ਕਿਹੜਾ ਰੋਕ ਲੂਗਾ ਜੀ ਜੇ ਫਾਲਤੂ ਹੋਊਗਾ ਤਾਂ। ਅੱਛਾ ਇੱਕ ਗੱਲ ਹੋਰ ਮੈਂ ਕਹਿਣਾ ਚਾਹੂੰਗਾ, ਇਹ ਹਰਿਆਣੇ 'ਚ ਬੀਜੇਪੀ ਦੇ ਲੀਡਰਾਂ ਨੇ ਜਿਹੜਾ ਪ੍ਰੋਟੈਸਟ ਕਰਤਾ ਗਗਨ, ਜੀ ਇਹਨਾਂ ਨੇ ਪੰਜਾਬ ਵਾਲੇ ਬੀਜੇਪੀ ਵਾਲਿਆਂ ਨੂੰ ਵੀ ਦੁਚਿੱਤੀ 'ਚ ਪਾਤਾ। ਪੰਜਾਬ ਵਾਲਿਆਂ ਨੇ ਚੋਣਾਂ ਲੜਨੀਆਂ ਨੇ 22 'ਚ। ਜੀ ਪੰਜਾਬ ਦੇ ਬੀਜੇਪੀ ਵਾਲੇ ਪਹਿਲਾਂ ਹੀ ਕਹੀ ਜਾਂਦੇ ਵੀ ਪੰਜਾਬ ਕੋਲੇ ਇੱਕ ਬੂੰਦ ਪਾਣੀ ਨਹੀਂ ਅਸੀਂ ਦੇਣਾ ਨਹੀਂ। ਸੋ ਜਿਹੜੇ ਹਰਿਆਣੇ ਦੇ ਬੀਜੇਪੀ ਵਾਲੇ ਬੈਠੇ ਆ, ਪਹਿਲਾਂ ਹਰਿਆਣੇ ਦੇ ਬੀਜੇਪੀ ਵਾਲੇ ਪੰਜਾਬ ਦੇ ਬੀਜੇਪੀ ਵਾਲਿਆਂ ਨਾਲ ਸੰਪਰਕ ਕਰ ਲੈਣ ਜੀ ਵੀ ਭਾਈ ਤੁਸੀਂ ਤਿਆਰ ਹੋ। ਪੰਜਾਬ ਦੇ ਬੀਜੇਪੀ ਵਾਲੇ ਹੀ ਪਾਣੀ ਦੇਣ ਨੂੰ ਤਿਆਰ ਨਹੀਂ ਹਰਿਆਣੇ ਨੂੰ, ਤੇ ਹੋਰ ਕਿਸੇ ਨੇ ਕੀ ਦੇਣਾ। ਬਿਲਕੁਲ ਸੋ ਜਿਹੜੇ ਹਰਿਆਣੇ 'ਚ ਬੀਜੇਪੀ ਵਾਲੇ ਧਰਨੇ ਪ੍ਰਦਰਸ਼ਨ ਤੇ ਬੈਠੇ ਨੇ, ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਤੁਸੀਂ ਇੱਕ ਆਪਣੀ ਟੀਮ ਲੈ ਕੇ ਪੰਜਾਬ 'ਚ ਬੀਜੇਪੀ ਦੇ ਲੀਡਰਾਂ ਨੂੰ ਮਿਲ ਲਓ। ਪੰਜਾਬ ਦੇ ਬੀਜੇਪੀ ਦੇ ਲੀਡਰ ਆਪ ਕਹੀ ਜਾਂਦੇ ਸਾਡੇ ਕੋਲੇ ਪਾਣੀ ਨਹੀਂ, ਅਸੀਂ ਨਹੀਂ ਦੇਣਾ। ਸੋ ਕਿਤੇ ਇਹ ਨਾ ਹੋਵੇ ਕਿ ਕਿਸਾਨ ਇੱਕ ਪਾਸੇ ਇਕੱਠੇ ਹੋ ਗਏ ਤੇ ਕਿਤੇ ਬੀਜੇਪੀ ਵਾਲਿਆਂ 'ਚ ਆਪਸ 'ਚ ਫੁੱਟ ਨਾ ਪੈ ਜੇ ਪੰਜਾਬ ਤੇ ਹਰਿਆਣੇ ਵਾਲਿਆਂ 'ਚ। ਹਰਿਆਣੇ ਵਾਲੇ ਕਹਿੰਦੇ ਸਾਨੂੰ SYL ਦਾ ਪਾਣੀ ਦਿਓ, ਪੰਜਾਬ ਵਾਲੇ ਬੀਜੇਪੀ ਵਾਲੇ ਕਹਿੰਦੇ ਸਾਡੇ ਕੋਲੇ ਹੈ ਨਹੀਂ। ਸੋ ਪਹਿਲਾਂ ਬੀਜੇਪੀ ਵਾਲੇ ਆਪਸ 'ਚ ਨਿਬੇੜ ਲਓ, ਫਿਰ ਤੁਸੀਂ ਖੱਟੜ ਸਾਹਿਬ ਕੋਲੇ, ਮੋਦੀ ਸਾਹਿਬ ਕੋਲੇ ਜਾਂ ਅਮਿਤ ਸ਼ਾਹ ਉਹਨਾਂ ਕੋਲੇ ਜਾਓ। ਜੀ ਤੇ ਜਦੋਂ ਕੋਈ ਦੇਖੋ ਕੇਂਦਰ ਤਾਂ ਦਖਲ ਦੇ ਕੇ ਮਾਮਲਾ ਨਿਬੇੜ ਸਕਦਾ। ਕੇਂਦਰ ਰਾਵੀ ਦਾ ਫालतू ਪਾਣੀ ਲਿਆਵੇ ਤੇ ਬੜੀ ਖੁਸ਼ੀ ਵਾਲੀ ਗੱਲ ਹੋਊਗੀ। ਮੋਦੀ ਸਾਹਿਬ ਨੇ ਵਾਅਦਾ ਕੀਤਾ ਸੀ, ਮੈਨੂੰ ਲੱਗਦਾ ਲੈ ਆਉਣਗੇ ਰਾਵੀ ਦਾ ਪਾਣੀ। ਦੇਰ ਸਵੇਰ ਮੋਦੀ ਸਾਹਿਬ ਇੱਕ ਇੱਕ ਕਰਕੇ ਮਸਲੇ ਤਾਂ ਨਿਬੇੜੀ ਜਾ ਰਹੇ ਨੇ ਨਾ। ਆ ਕਾਨੂੰਨਾਂ ਵਾਲਾ ਮਸਲਾ ਥੋੜਾ ਜਿਹਾ ਉਲਝ ਗਿਆ, ਨਹੀਂ ਤਾਂ ਜੇ ਚਾਹਣ ਮੋਦੀ ਸਾਹਿਬ 2 ਦਿਨ 'ਚ ਨਿਬੇੜ ਦੇਣ। ਮੈਨੂੰ ਤਾਂ ਲੱਗਦਾ ਘੰਟੇ ਦਾ ਕੰਮ ਹੋਣਾ ਮੋਦੀ ਸਾਹਿਬ ਦਾ। ਜਿੱਦਣ ਉਹਨਾਂ ਨੂੰ ਹਕੀਕਤ ਪੰਜਾਬ ਤੇ ਹਰਿਆਣੇ ਦੀ ਖੇਤੀਬਾੜੀ ਦੀ ਪਤਾ ਲੱਗ ਗਈ, ਜਾਂ ਜਿੱਦਣ ਉਹਨਾਂ ਨੇ ਅਫਸਰਾਂ ਦੀ ਗਲਤੀ ਫੜ ਲਈ ਜਿਨ੍ਹਾਂ ਨੇ ਮੋਦੀ ਸਾਹਿਬ ਨੂੰ ਆ ਸਾਰੇ ਕਾਨੂੰਨਾਂ ਬਾਰੇ ਜਾਣਕਾਰੀ ਦਿੱਤੀ ਹੈ, ਉਦਣ ਕਾਨੂੰਨ ਰੱਦ ਹੋ ਜਾਣੇ ਨੇ। ਹੁਣ ਜਾਣੀ ਉਹਨਾਂ ਨੇ ਜਿਹੜੀ ਗੱਲ ਕਹੀ ਹੈ ਕਿ ਮੀਟਿੰਗ ਹੋ ਸਕਦੀ ਹੈ, ਹੋ ਸਕਦਾ ਹੌਲੀ ਹੌਲੀ ਆਧਾਰ ਬਣੇ ਗਗਨ ਜੀ ਬਿਲਕੁਲ। ਸੋ SY ਨੂੰ ਲੈ ਕੇ ਮੈਨੂੰ ਲੱਗਦਾ ਕਿ ਭਾਜਪਾ ਦੇ ਵਿੱਚ ਆਪਸੀ ਗੱਲਬਾਤ ਵੀ ਹੋਣੀ ਚਾਹੀਦੀ ਹੈ, ਪੰਜਾਬ ਤੇ ਹਰਿਆਣਾ ਭਾਜਪਾ ਦੇ ਵਿੱਚ। ਤੇ ਡੱਲਾ ਜੀ ਉਧਰ ਜੇ ਕਾਂਗਰਸ ਦੇ ਵੱਲ ਚੱਲੀਏ, ਹਾਈ ਕਮਾਨ ਦੀ ਬੈਠਕ ਹੋਈ ਆ, ਤਕਰੀਬਨ 5 ਘੰਟੇ ਬੈਠਕ ਚੱਲੀ ਹੈ ਤੇ ਕਹਿੰਦੇ ਕਿ ਰਾਹੁਲ ਗਾਂਧੀ ਫਿਰ ਪ੍ਰਧਾਨ ਜਿਹੜੇ ਬਣ ਸਕਦੇ ਨੇ। ਦੇਖੋ ਦੇਸ਼ 'ਚ ਕਿੰਨੇ ਵੱਡੇ ਵੱਡੇ ਮੁੱਦੇ ਨੇ ਜੀ, ਦੇਸ਼ 'ਚ ਕਿੰਨੇ ਵੱਡੇ ਵੱਡੇ ਮੁੱਦੇ ਨੇ। ਕਿਸਾਨੀ ਮੁੱਦਾ ਕਿੱਡਾ ਵੱਡਾ ਹੈ, ਕਾਂਗਰਸ 'ਚ ਪ੍ਰਧਾਨਗੀ ਦਾ ਮੁੱਦਾ ਹੀ ਨਹੀਂ ਲੋਟ ਆਉਂਦਾ ਜੀ। ਹੁਣ ਕਾਰਜਕਾਰੀ ਪ੍ਰਧਾਨ ਤਾਂ ਬੀਬੀ ਸੋਨੀਆ, ਰਾਹੁਲ ਗਾਂਧੀ ਨੇ ਪਹਿਲਾਂ ਆਪ ਅਸਤੀਫਾ ਦਿੱਤਾ ਸੀ। ਹੁਣ ਕਾਂਗਰਸ ਦੇ ਸਾਰੇ ਲੀਡਰ ਫੇਰ ਕਹੀ ਜਾਂਦੇ ਵੀ ਜੀ ਰਾਹੁਲ ਗਾਂਧੀ ਨੂੰ ਹੀ ਪ੍ਰਧਾਨ ਬਣਾਉਣਾ। ਐਕਚੁਅਲੀ ਕਾਂਗਰਸ ਵਾਲਿਆਂ ਨੂੰ ਕੋਈ ਲੀਡਰ ਹੀ ਨਹੀਂ ਲੱਭ ਰਿਹਾ ਜੀ। ਜਿਹੜੇ ਕਾਂਗਰਸ ਦੇ ਵੱਡੇ ਵੱਡੇ ਬਜ਼ੁਰਗ ਲੀਡਰ ਵੀ ਨੇ ਨਾ ਜੀ, ਉਹਨਾਂ ਨੂੰ ਵੀ ਕੋਈ ਕਾਂਗਰਸ 'ਚ ਜੁਝਾਰੂ ਲੀਡਰ ਹੀ ਨਹੀਂ ਲੱਭ ਰਿਹਾ। ਸੋ ਇਹ ਕਾਂਗਰਸ ਦੀ ਮੈਂ ਕਹੂੰਗਾ ਬਦਕਿਸਮਤੀ ਹੈ। ਜੇ ਭਾਰਤੀ ਟੀਮ 'ਚ ਇਕੱਲਾ ਸਚਿਨ ਤੇਂਦੁਲਕਰ ਹੀ ਹੁੰਦਾ, ਜਾਂ ਇਕੱਲਾ ਧੋਨੀ ਹੁੰਦਾ, ਇਕੱਲਾ ਗਾਂਗੁਲੀ ਹੁੰਦਾ, ਜਾਂ ਇਕੱਲਾ ਆ ਮੁੰਡਾ ਵਿਰਾਟ ਕੋਹਲੀ ਹੁੰਦਾ ਜੀ, ਤਾਂ ਕਿਵੇਂ ਕ੍ਰਿਕਟ 'ਚ ਸਾਡੀ ਗੱਲ ਬਣਨੀ ਸੀ। ਬਿਲਕੁਲ। ਜੇ ਹਾਕੀ 'ਚ ਵੀ ਇੱਕੋ ਹੀ ਵਿਅਕਤੀ ਹੁੰਦਾ, ਟੀਮ ਚਾਹੀਦੀ ਹੁੰਦੀ। ਹੁਣ ਨਰਿੰਦਰ ਮੋਦੀ ਨਾਲ ਵੀ ਕਿੰਨੇ ਸਿਆਣੇ ਆਗੂਆਂ ਦੀ ਟੀਮ ਹੈ, ਕਿੱਡੇ ਘੈਂਟ ਲੀਡਰ ਨੇ। ਅਮਿਤ ਸ਼ਾਹ ਹੋ ਗਿਆ, ਰਾਜਨਾਥ ਸਿੰਘ ਹੋ ਗਿਆ, ਨੱਡਾ ਸਾਹਿਬ ਹੋ ਗਏ, ਇਹ ਵੱਡੇ ਕੱਦ ਦੇ ਲੀਡਰ ਨੇ ਨਾ। ਬੀਜੇਪੀ 4 5 6 ਵੱਡੇ ਕੱਦ ਦੇ ਲੀਡਰਾਂ ਦੇ ਨਾਲ ਚੱਲਦੀ ਹੈ ਜੀ। ਕਾਂਗਰਸ ਕੋਲੇ ਕੌਣ ਹੈ? ਕਾਂਗਰਸ ਕੋਲੇ ਜਿਹੜੇ ਲੀਡਰ ਨੇ ਉਹਨਾਂ ਨੂੰ ਆਪ ਨਹੀਂ ਸਮਝ ਆਉਂਦਾ ਅਸੀਂ ਲੀਡਰ ਕਿਹਨੂੰ ਚੁਣੀਏ। ਅਸਲ 'ਚ ਉਹਨਾਂ ਦਾ ਮਨੋਬਲ ਡਿੱਗ ਗਿਆ, ਜਿਵੇਂ ਅਸੀਂ ਖੇਡਾਂ 'ਚ ਕਹਿੰਦੇ ਆ ਨਾ, ਆਊਟ ਆਫ ਫਾਰਮ। ਜੀ। ਸੋ ਕਾਂਗਰਸ ਦੇ ਲੀਡਰਾਂ ਦਾ ਹੌਸਲਾ ਪਸਤ ਹੋਇਆ ਪਿਆ, ਉਹਨਾਂ ਨੂੰ ਸਮਝ ਨਹੀਂ ਆਉਂਦਾ ਅਸੀਂ ਕੀ ਕਰੀਏ। ਵਿੱਚ ਜੇ ਕਹਿ ਦਿੰਦੇ ਆ ਵੀ ਨਵੀਂ ਲੀਡਰਸ਼ਿਪ ਲਿਆਓ, ਕੋਈ ਨਵਾਂ ਬੰਦਾ ਲੀਡਰ ਆਉਣਾ ਚਾਹੀਦਾ ਹੈ, ਮੁੜ ਘੁੜ ਕੇ ਗੱਲ ਫੇਰ ਰਾਹੁਲ ਗਾਂਧੀ ਤੇ ਆ ਜਾਂਦੀ ਵੀ ਰਾਹੁਲ ਗਾਂਧੀ ਪ੍ਰਧਾਨ ਬਣਾ ਲਓ ਜੀ, ਸਾਡੀ ਸਰਬਸੰਮਤੀ ਹੈ। ਹੁਣ ਰਾਹੁਲ ਗਾਂਧੀ ਕਹਿੰਦਾ ਵੋਟਾਂ ਪਾਓ ਜੀ, ਵੀ ਚੋਣਾਂ ਦੀ ਪ੍ਰਕਿਰਿਆ ਨਾਲੇ ਫੈਸਲਾ ਹੋਊ। ਹੁਣ ਦੇਖੋ ਜੀ ਕਾਂਗਰਸ 'ਚ ਇਲੈਕਸ਼ਨ ਹੋ ਵੀ ਜਾਵੇ, ਜੇ ਰਾਹੁਲ ਗਾਂਧੀ ਨੇ ਜਦੋਂ ਕਾਗਜ਼ ਭਰਨੇ, ਪਹਿਲੀ ਗੱਲ ਕਿਸੇ ਨੇ ਮੁਕਾਬਲੇ 'ਚ ਖੜਨਾ ਨਹੀਂ ਜੀ। ਰਾਹੁਲ ਗਾਂਧੀ ਦੇ ਮੁਕਾਬਲੇ ਕਾਗਜ਼ ਕਿਸੇ ਨੇ ਨਹੀਂ ਭਰਨੇ। ਜੇ ਕੋਈ ਹਿੰਮਤ ਕਰਕੇ ਤਿਆਰ ਵੀ ਹੋ ਜੂ, ਉਹਨੂੰ ਵੋਟ ਕਿਸੇ ਨੇ ਨਹੀਂ ਪਾਉਣੀ। ਬਿਲਕੁਲ।
ਪ੍ਰਧਾਨ ਫਿਰ ਰਾਹੁਲ ਗਾਂਧੀ ਬਣ ਜਾਣਾ। ਬਿਲਕੁਲ। ਸੋ ਇਸ ਕਰਕੇ ਰਾਹੁਲ ਗਾਂਧੀ ਨੂੰ ਜਿੰਨੀ ਦੇਰ ਕੋਈ ਹੋਰ ਲੀਡਰ ਤਿਆਰ ਨਹੀਂ ਹੁੰਦਾ ਕਾਂਗਰਸ 'ਚ, ਜਿਹਨੂੰ ਇਹ ਲੱਗਦਾ ਹੋਵੇ ਕਿ ਮੈਂ ਵੀ ਕਾਂਗਰਸ ਦਾ ਪ੍ਰਧਾਨ ਬਣ ਸਕਦਾ, ਜੀ ਸੋ ਰਾਹੁਲ ਗਾਂਧੀ ਨੂੰ ਹੀ ਪ੍ਰਧਾਨ ਬਣ ਜਾਣਾ ਚਾਹੀਦਾ। ਉਹੀ એનર્ਜੀ ਕਿਸੇ ਹੋਰ ਪਾਸੇ ਲਾਉਣ ਕਾਂਗਰਸ ਵਾਲੇ, ਬਿਲਕੁਲ। ਪੱਛਮੀ ਬੰਗਾਲ 'ਚ ਲਾਉਣ। ਦੇਖੋ ਪੱਛਮੀ ਬੰਗਾਲ 'ਚ ਕਿਸੇ ਸਮੇਂ ਕਾਂਗਰਸ ਕਿੱਡੀ ਤਾਕਤਵਰ ਸੀ, ਲੈ ਹੁਣ ਪਿੱਛੇ ਪਈ ਹੈ ਜੀ। ਬਿਲਕੁਲ। ਬੀਬੀ ਮਮਤਾ ਬਨਰਜੀ ਕਾਂਗਰਸ 'ਚ ਸੀ ਰੇਲ ਮੰਤਰੀ, ਅਸਤੀਫਾ ਦੇ ਕੇ ਕਾਂਗਰਸ ਛੱਡ ਕੇ ਲੈ ਤੀਜੀ ਵਾਰੀ ਮੁੱਖ ਮੰਤਰੀ ਬਣੀ ਹੋਈ ਆ ਬੀਬੀ। ਜੀ ਕਾਂਗਰਸ ਦੇ ਕਿੰਨੇ ਲੀਡਰ ਕਾਂਗਰਸ ਛੱਡ ਕੇ ਮੁੱਖ ਮੰਤਰੀ ਬਣੇ ਹੋਏ ਨੇ। ਸੋ ਕਾਂਗਰਸ ਜਾਂ ਕੈਪਟਨ ਅਮਰਿੰਦਰ ਸਿੰਘ ਨੂੰ ਮਨਾ ਲਓ, ਜੀ ਕੈਪਟਨ ਅਮਰਿੰਦਰ ਸਿੰਘ ਨੂੰ ਹੀ ਮਨਾ ਲਓ, ਉਹਨਾਂ ਨੇ ਚੰਡੀਗੜ੍ਹੋਂ ਹੀ ਕਾਂਗਰਸ ਚਲਾਈ ਜਾਣੀ ਜੀ ਹੈ ਨੀ। ਲੀਡਰ ਤਾਂ ਵੱਡੇ ਨੇ ਨਾ ਕੈਪਟਨ ਅਮਰਿੰਦਰ, ਕੱਦ ਤਾਂ ਕੈਪਟਨ ਅਮਰਿੰਦਰ ਦਾ ਵੱਡਾ ਹੈ ਨਾ, ਜੀ ਤਕੜੇ ਐਡਮਿਨਿਸਟ੍ਰੇਟਰ ਨੇ। ਬਿਲਕੁਲ। ਜੇ ਕੋਈ ਹੋਰ ਨਹੀਂ ਲੱਭਦਾ, ਕੈਪਟਨ ਅਮਰਿੰਦਰ ਨੇ ਚੰਡੀਗੜ੍ਹ ਬੈਠੇ ਕਾਂਗਰਸ ਚਲਾਈ ਜਾਣੀ। ਕੋਈ ਇਹੋ ਜਿਹਾ ਕੱਦ ਤਾਂ ਅੱਗੇ ਲੈ ਕੇ ਆਓ ਜਿਹਦਾ ਰੋਹਬ ਹੋਵੇ। ਜੀ ਸੋ ਇਸ ਕਰਕੇ ਮੈਨੂੰ ਇਹ ਲੱਗਦਾ, ਪਰ ਕਿਉਂਕਿ ਜਦੋਂ ਵੋਟਾਂ ਪੈਣਗੀਆਂ ਤੇ ਰਾਹੁਲ ਗਾਂਧੀ ਨੇ ਜਿੱਤ ਜਾਣਾ, ਹੋਰ ਕਿਸੇ ਨੇ ਖੜਾ ਹੀ ਨਹੀਂ ਹੋਣਾ। ਜੀ ਜੇ ਖੜਾ ਹੋਊ ਕਿਸੇ ਨੇ ਵੋਟ ਨਹੀਂ ਪਾਉਣੀ। ਸੋ ਹੁਣ ਇਹ ਆਸ ਕਰਦੇ ਹਾਂ ਕਿ ਜਦੋਂ ਵੋਟਾਂ ਹੋਣਗੀਆਂ ਜਲਦ ਰਾਹੁਲ ਗਾਂਧੀ ਦੁਬਾਰਾ ਪ੍ਰਧਾਨ ਦਿਖੂ। ਜੀ ਬਿਲਕੁਲ। ਤੇ ਇਹਦੇ ਨਾਲ ਹੀ ਕਾਂਗਰਸ ਨੂੰ ਚਲੋ ਪ੍ਰਧਾਨਗੀ ਦੇ ਲਈ ਚਿਹਰਾ ਲੱਭਣਾ ਔਖਾ ਹੋਇਆ ਪਿਆ, ਤੇ ਉਧਰ ਕਹਿੰਦੇ ਕਿ ਯੂਪੀ ਦੇ ਲਈ ਵੀ ਆਮ ਆਦਮੀ ਪਾਰਟੀ ਨੇ ਚਿਹਰਾ ਲੱਭ ਲਿਆ ਮੁੱਖ ਮੰਤਰੀ। ਦੇਖੋ ਮੈਂ ਬੜਾ ਹੈਰਾਨ ਹੋਇਆ, ਕਿਸਾਨ ਅੰਦੋਲਨ 'ਚ ਹੀ ਕੇਜਰੀਵਾਲ ਨੇ ਕਿੱਡੇ ਵੱਡੇ ਵੱਡੇ ਐਲਾਨ ਕਰਤੇ, ਜੀ ਬਿੱਲ ਫਾੜਤੇ ਕੇਜਰੀਵਾਲ ਸਾਹਿਬ ਨੇ। ਜੀ ਕੇਜਰੀਵਾਲ ਸਾਹਿਬ ਨੇ ਅਨਾਉਂਸਮੈਂਟ ਕਰਤੀ ਵੀ ਚੋਣਾਂ ਵੀ ਲੜਾਂਗੇ ਯੂਪੀ 'ਚ, ਤੇ ਸੰਜੇ ਸਿੰਘ ਨੂੰ ਮੁੱਖ ਮੰਤਰੀ ਦਾ ਚਿਹਰਾ ਵੀ ਬਣਾਤਾ। ਜੀ ਆ ਪੰਜਾਬ 'ਚ ਭਗਵੰਤ ਮਾਨ ਨੂੰ ਕਿੰਨਾ ਸਮਾਂ ਹੋ ਗਿਆ ਮਿਹਨਤ ਕਰਦੇ, ਇੱਕ ਵਾਰ ਨਹੀਂ ਕਿਹਾ ਕੇਜਰੀਵਾਲ ਸਾਹਿਬ ਨੇ ਵੀ ਭਗਵੰਤ ਮਾਨ ਮੁੱਖ ਮੰਤਰੀ ਹੋ। ਜੀ। ਕਰ ਦਿਓ ਐਲਾਨ ਭਗਵੰਤ ਮਾਨ ਦਾ, ਹੋਰ ਤਾਂ ਕੋਈ ਚਿਹਰਾ ਦੇਖ ਹੀ ਨਹੀਂ ਰਿਹਾ। ਬਿਲਕੁਲ। ਸੋ ਜੇ ਭਗਵੰਤ ਮਾਨ ਮੁੱਖ ਮੰਤਰੀ ਦਾ ਚਿਹਰਾ ਐਲਾਨਿਆ ਗਿਆ ਹੋਊਗਾ ਤੇ ਭਗਵੰਤ ਮਾਨ ਹੋਰ ਮਿਹਨਤ ਕਰ ਲਓ। ਹਜੇ ਮੈਨੂੰ ਪਾਰਟੀ ਪੂਰੇ ਪੰਜਾਬ 'ਚ ਫੈਲਦੀ ਆਮ ਆਦਮੀ ਪਾਰਟੀ ਦਿਖਦੀ ਨਹੀਂ। ਬਿਲਕੁਲ। ਔਰ ਕੇਜਰੀਵਾਲ ਜੇ ਪੰਜਾਬ ਆ ਜਾਣਗੇ, ਕੇਜਰੀਵਾਲ ਦੇ ਸਿਰ ਤੇ ਬਹੁਤਾ ਫਰਕ ਨਹੀਂ ਪੈਣਾ ਪੰਜਾਬ 'ਚ, ਕਿਉਂਕਿ ਫਿਰ ਉਹ ਗੱਲ SYL ਵਾਲੀ ਆ ਜਾਣੀ ਹੈ। ਜੀ ਆ ਵਿਕਰਮ ਮਜੀਠੀ ਵਾਲੀ ਆ ਜਾਣੀ ਹੈ, ਜਿਹੜੀ ਸੌਰੀ ਫੀਲ ਕੀਤੀ ਸੀ ਕੇਜਰੀਵਾਲ ਸਾਹਿਬ ਨੇ। ਮੈਂ ਮਿੱਠਾ ਸ਼ਬਦ ਵਰਤ ਲੈਣਾ, ਜੀ ਵਿਕਰਮ ਮਜੀਠੀ ਤੋਂ ਸੌਰੀ ਫੀਲ ਕੀਤੀ ਸੀ ਜਿਹੜੀ। ਇਹ ਰੁਕਾਵਟਾਂ ਬਣਨਗੀਆਂ ਅਰਵਿੰਦ ਕੇਜਰੀਵਾਲ ਦੇ ਰਾਹ ਤੋਂ। ਜੀ ਸੋ ਇਸ ਕਰਕੇ ਭਗਵੰਤ ਮਾਨ ਨੂੰ ਅਗਰ ਅੱਜ ਅਨਾਉਂਸ ਹੀ ਕਰ ਦੇਣ ਆਮ ਆਦਮੀ ਪਾਰਟੀ ਵਾਲੇ, ਹੁਣ ਸੰਜੇ ਸਿੰਘ ਨੂੰ ਯੂਪੀ 'ਚ ਅਨਾਉਂਸ ਕਰਤਾ ਮੁੱਖ ਮੰਤਰੀ ਦਾ ਚਿਹਰਾ। ਜੀ ਸੰਜੇ ਸਿੰਘ ਤਾਂ ਰਾਜ ਸਭਾ ਦਾ ਮੈਂਬਰ ਹੈ। ਸੰਜੇ ਸਿੰਘ ਹੋਣੀ ਪੰਜਾਬ ਦੇ ਕਿੱਡੀ ਵੱਡੀ ਜ਼ਿੰਮੇਵਾਰੀ ਸੀ, ਪ੍ਰਭਾਰੀ ਸੀ, ਜੀ ਨਹੀਂ ਬਣੀ ਪੰਜਾਬ 'ਚ ਉਹਨਾਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ। ਹੁਣ ਭਗਵੰਤ ਮਾਨ ਦੂਜੀ ਵਾਰੀ ਜਿੱਤਿਆ। ਜੇ ਆਮ ਆਦਮੀ ਪਾਰਟੀ ਪੰਜਾਬ 'ਚ ਅੱਗੇ ਵਧਣਾ ਚਾਹੁੰਦੀ ਹੈ, ਭਗਵੰਤ ਮਾਨ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨ ਦੇਣਾ ਚਾਹੀਦਾ ਹੈ। ਦੇਖੋ ਮੈਂ ਕਿਸੇ ਦਾ ਵਿਰੋਧੀ ਨਹੀਂ, ਮੈਂ ਮੁੱਦੇ ਦੇ ਹਿਸਾਬ ਨਾਲ ਗੱਲ ਕਰਦਾ। ਜੀ ਜੇ ਭਗਵੰਤ ਮਾਨ ਨੂੰ ਮੁੱਖ ਮੰਤਰੀ ਦਾ ਚਿਹਰਾ ਨਹੀਂ ਐਲਾਨਣਗੇ, ਜਿੰਨਾ ਟਾਈਮ ਲਾਈ ਜਾਣਗੇ ਆਮ ਆਦਮੀ ਪਾਰਟੀ ਪੰਜਾਬ 'ਚ ਪਿੱਛੇ ਪਈ ਜਾਊ। ਬਿਲਕੁਲ। ਸੋ ਇਸ ਕਰਕੇ ਸਮੇਂ ਸਿਰ ਜੇ ਅਸੀਂ ਬੱਚੇ ਨੂੰ ਸਕੂਲ ਦਾਖਲ ਨਹੀਂ ਕਰਾਵਾਂਗੇ, ਕਿੱਥੋਂ ਪਾਸ ਹੋ ਜੂ। ਸੋ ਭਗਵੰਤ ਮਾਨ 2 ਵਾਰੀ ਲੋਕ ਸਭਾ ਦੀ ਚੋਣ ਜਿੱਤਿਆ ਪੰਜਾਬ 'ਚ, ਔਰ ਸਾਰਿਆਂ ਦੇ ਮੁਕਾਬਲੇ ਦੇਖੋ। ਜੀ ਸੋ ਇਹ ਭਗਵੰਤ ਮਾਨ ਦਾ ਵਕਤ ਹੈ, ਇਹ ਰੁੱਤ ਹੈ ਜਦੋਂ ਭਗਵੰਤ ਮਾਨ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨ ਦਿਓ ਤੇ ਆਮ ਆਦਮੀ ਪਾਰਟੀ ਮੁਕਾਬਲਾ ਕਰਨ ਜੋਗਾ ਹੋ ਜੂ ਪੰਜਾਬ 'ਚ। ਜਿੰਨਾ ਦੇਰ ਕਰਨਗੇ ਉਹਨਾਂ ਨੁਕਸਾਨ ਹੋਊਗਾ। ਬਾਕੀ ਹੁਣ ਆਮ ਆਦਮੀ ਪਾਰਟੀ ਵਾਲਿਆਂ ਨੇ ਆਪ ਫੈਸਲਾ ਕਰਨਾ ਭਾਈ। ਪਰ ਡੱਲਾ ਜੀ ਇੱਥੇ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤਾਂ ਫਿਰ ਹੋਰ ਚਿਹਰੇ ਵੀ ਆਮ ਆਦਮੀ ਪਾਰਟੀ ਦੇ ਰੁੱਸ ਸਕਦੇ ਨੇ, ਜਿਨ੍ਹਾਂ ਨੇ ਧਰਨੇ ਦਿੱਤੇ ਹੋਰ ਨੇ ਰੁੱਸਣ ਵਿਧਾਨ ਵਾਲਾ ਸਭਾ, ਕਿਹੜਾ ਆਮ ਆਦਮੀ ਪਾਰਟੀ? ਜਿਨ੍ਹਾਂ ਨੇ ਵਿਧਾਨ ਸਭਾ ਦੇ ਵਿੱਚ ਬਹਿ ਕੇ ਧਰਨੇ ਦਿੱਤੇ ਨੇ। ਨਹੀਂ, ਜਿਨ੍ਹਾਂ ਨੇ ਧਰਨੇ ਦਿੱਤੇ ਨੇ ਉਹਨਾਂ ਕੋਲੇ ਔਰ ਪਹਿਲਾਂ ਹੀ ਜ਼ਿੰਮੇਵਾਰੀਆਂ ਹੈਗੀਆਂ। ਜਿਹੜਾ ਹੁਣ ਵਿਧਾਇਕ ਬਣ ਗਿਆ ਪੰਜਾਬ 'ਚ, ਠੀਕ ਹੈ, ਤੁਸੀਂ ਦੇਖੋ ਗੱਲ ਤਾਂ ਇਹ ਹੈ ਸੰਗਠਨ ਦੀ ਤਾਕਤ ਦੀ। ਜੀ ਹੁਣ ਪੰਜਾਬ 'ਚ ਭਗਵੰਤ ਮਾਨ ਕਨਵੀਨਰ ਹੈ ਪੰਜਾਬ ਦਾ, ਇੱਕ ਤਰੀਕੇ ਨਾਲ ਪੰਜਾਬ ਦਾ ਪ੍ਰਧਾਨ ਹੈ। ਜੀ ਹੁਣ ਜਿਹੜਾ ਤੁਹਾਡਾ ਪੰਜਾਬ ਦਾ ਪ੍ਰਧਾਨ ਹੈ, ਤੁਸੀਂ ਉਹਦੀ ਅਗਵਾਈ 'ਚ ਚੋਣਾਂ ਲੜਨੀਆਂ, ਫਿਰ ਤੁਸੀਂ ਉਹਨੂੰ ਹੀ ਮੁੱਖ ਮੰਤਰੀ ਦਾ ਚਿਹਰਾ ਐਲਾਨੋਗੇ ਨਾ, ਜਾਂ ਤੁਸੀਂ ਸਿੱਧੂ ਦਾ ਇੰਤਜ਼ਾਰ ਕਰਦੇ ਹੋ? ਸਿੱਧੂ ਨੇ ਨਾ ਆਉਣਾ, ਨਾ ਆਮ ਆਦਮੀ ਪਾਰਟੀ ਵਾਲਿਆਂ ਨੇ ਸਿੱਧੂ ਨੂੰ ਸੱਦਣਾ। ਜੀ ਸਿੱਧੂ ਨਾ ਆਮ ਆਦਮੀ ਪਾਰਟੀ 'ਚ ਆਵੇ, ਨਾ ਇਹਨਾਂ ਨੇ ਸੱਦਣਾ। ਜੀ ਜੇ ਸੱਦਣਾ ਹੁੰਦਾ ਤੇ ਹੁਣ ਤੱਕ ਕਾਦਾ ਸੱਦਾ ਮਾਰ ਦਿੰਦੇ। ਤੇ ਡੱਲਾ ਜੀ ਇਹਦੇ ਨਾਲ ਹੀ ਪਟਿਆਲੇ ਦੇ ਵਿੱਚ ਲਾਠੀ ਚਾਰਜ ਵੀ ਅਧਿਆਪਕਾਂ ਦੇ ਜਿਹੜੇ ਟੈਟ ਪਾਸ ਵਿਦਿਆਰਥੀ ਨੇ ਉਹਨਾਂ ਦੇ ਉੱਤੇ ਹੋਇਆ, ਉਸ ਦੇ ਉੱਤੇ ਟਿੱਪਣੀ ਜ਼ਰੂਰ ਦੇਖੋ ETT ਟੈਟ ਪਾਸ ਅਧਿਆਪਕਾਂ ਤੇ ਪਟਿਆਲੇ 'ਚੋਂ ਪ੍ਰੋਟੈਸਟ ਕਰਨ ਗਏ ਸੀ ਆਪਣੀਆਂ ਮੰਗਾਂ ਨੂੰ ਲੈ ਕੇ। ਜੀ ਪੁਲਿਸ ਨੇ ਹਲਕਾ ਲਾਠੀ ਚਾਰਜ ਕੀਤਾ। ਕਹਿੰਦੇ ਹਲਕਾ ਵੀ ਕਿਉਂ ਕਰਨਾ ਜੀ, ਇੰਨੀ ਠੰਡ ਹੈ, ਆਪਣੇ ਕਿਸਾਨਾਂ ਤੇ ਤਸ਼ੱਦਦ ਹੋਇਆ, ਆਪਾਂ ਨੂੰ ਕਿੰਨਾ ਦੁੱਖ ਹੋਇਆ। ਜੀ ਆ ਵੀ ਤਾਂ ਸਾਡੇ ਕਿਸਾਨ ਹੀ ਨੇ, ਅਧਿਆਪਕ ਪੜ੍ਹੇ ਲਿਖੇ ਬੇਰੁਜ਼ਗਾਰ ਨੇ। ਜੀ ਇਹਨਾਂ ਦੀਆਂ ਮੰਗਾਂ ਜ਼ਰੂਰ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੂੰ ਸੁਲਝਾਉਣੀਆਂ ਚਾਹੀਦੀਆਂ। ਜੀ ਸੋ ਜਿਵੇਂ ਸਿੰਘੂ ਬਾਰਡਰ ਤੇ ਧਰਨਾ ਕਿਤੇ ਪੰਜਾਬ 'ਚ ਨਾ ਇਹੋ ਜਿਹਾ ਲਾ ਦੇਣ। ਸੋ ਜੁਝਾਰੂ ਨੇ ਪੰਜਾਬੀ। ਸੋ ਕੈਪਟਨ ਅਮਰਿੰਦਰ ਨੂੰ ਚਾਹੀਦਾ ਹੈ ਕਿ ਮੁਹੱਬਤ ਦੇ ਨਾਲ ਇਹ ਮਸਲੇ ਨਿਬੇੜੇ ਜਾਣ।
ਲਾਠੀ ਚਾਰਜ ਇਸ ਮੌਸਮ 'ਚ ਇੰਨੀ ਠੰਡ 'ਚ ਇਹਦੀ ਆਪਾਂ ਵਕਾਲਤ ਨਹੀਂ ਕਰਦੇ। ਦੇਖੋ ਅਸੀਂ ਵੀ ਜਦੋਂ ਸਕੂਲ 'ਚ 7ਵੀਂ 8ਵੀਂ 'ਚ ਲੇਟ ਹੋ ਜਾਂਦੇ ਸੀ ਨਾ ਜੀ ਸਾਡੇ ਹੱਥਾਂ ਤੇ ਸ਼ਹਿਤੂਤ ਦੇ ਉਹ ਪਤਲੇ ਪਤਲੇ ਡੰਡੇ ਹੁੰਦੇ ਸੀ, ਉਹ ਵੱਜਦੇ ਹੁੰਦੇ ਸੀ। ਉਦੋਂ ਰਿਵਾਜ ਸੀ, ਹੱਥਾਂ ਤੇ ਕੋਟਾਮ ਪੈ ਜਾਂਦੀ ਸੀ, ਕੋਈ ਗੁੱਸਾ ਨਹੀਂ ਸੀ ਕਰਦਾ। ਜੀ ਸੋ ਕੋਈ ਘਰੇ ਜਾ ਕੇ ਸ਼ਿਕਾਇਤ ਵੀ ਨਹੀਂ ਸੀ ਲਾਉਂਦਾ ਵੀ ਅੱਜ ਮਾਸਟਰ ਨੇ ਸਾਡੇ ਡੰਡੇ ਮਾਰੇ, ਜੀ ਕਿਉਂਕਿ ਉਹ ਹਲਕੀ ਫੁਲਕੀ ਸਜ਼ਾ ਹੁੰਦੀ ਸੀ ਜਿਹਦੇ ਨਾਲ ਸਾਡੀ ਜ਼ਿੰਦਗੀ 'ਚ ਇੱਕ ਡਿਸਪਲਿਨ ਆਇਆ। ਜੀ ਪਰ ਅਧਿਆਪਕ ਤਾਂ ਪਹਿਲਾਂ ਹੀ ਇਹ ਸਾਰੇ ਪੜ੍ਹੇ ਲਿਖੇ ਨੇ, ਇਹਨਾਂ ਨੂੰ ਇਹਨਾਂ ਦੀਆਂ ਮੰਗਾਂ ਵਾਲੇ ਪਾਸੇ ਠਰਮੇ ਨਾਲ ਸੋਚਣ ਦੀ ਜ਼ਰੂਰਤ ਹੈ। ਸੋ ਪੁਲਿਸ ਨੂੰ ਇਹ ਆਰਡਰ ਨਹੀਂ ਦੇਣਾ ਚਾਹੀਦਾ ਕਿ ਤੁਸੀਂ ਲਾਠੀ ਚਾਰਜ ਕਰੋ ਜੀ। ਇੰਨੀ ਠੰਡ 'ਚ ਨਹੀਂ ਚੰਗਾ ਲੱਗਦਾ। ਕੈਪਟਨ ਅਮਰਿੰਦਰ ਨੂੰ ਚਾਹੀਦਾ ਹੈ ਕਿ ਇਹਨਾਂ ਦੇ ਮਸਲੇ ਗੱਲਬਾਤ ਦੇ ਨਾਲ ਹੀ ਨਿਬੜਨ। ਜੀ ਤੇ ਇੱਕ ਜਾਂਦੇ ਜਾਂਦੇ ਛੋਟੀ ਜਿਹੀ ਟਿੱਪਣੀ ਫਿਲਮੀ ਅਦਾਕਾਰਾ ਕੰਗਨਾ ਰਣੌਤ ਤੇ ਜ਼ਰੂਰ ਡੱਲਾ ਸਾਹਿਬ ਤੁਹਾਡੀ ਲਾਉਂਗਾ। ਉਹਨੇ ਇੱਕ ਫਿਰ ਵੀਡੀਓ ਪਾਈ ਹੈ ਤੇ ਫਿਰ ਕਿਸਾਨਾਂ ਦੇ ਬਾਰੇ ਟਿੱਪਣੀ, ਅੰਦੋਲਨ ਦੇ ਬਾਰੇ ਉਦਾਂ ਦੀ ਉਹ ਕਰਤੀ ਜਿੱਦਾਂ ਦੀ ਪਹਿਲਾਂ ਉਹਦੇ ਵੱਲੋਂ ਕੀਤੀ ਜਾਂਦੀ ਹੈ। ਦੇਖੋ ਬੀਬੀ ਕੰਗਨਾ ਰਣੌਤ ਉਦਾਂ ਐਕਟਰ ਤਾਂ ਬਹੁਤ ਸੂਝ-ਬੂਝ ਵਾਲੀ ਹੈ ਜੀ ਪਰ ਬਿਆਨ ਕਈ ਵਾਰੀ ਬੀਬੀ ਕੰਗਨਾ ਰਣੌਤ ਅਜਿਹੇ ਦੇ ਜਾਂਦੀ ਹੈ ਕਿ ਬੜੀ ਹੈਰਾਨੀ ਹੁੰਦੀ ਹੈ। ਸੋ ਕਾਫੀ ਵਿਰੋਧ ਕੰਗਨਾ ਰਣੌਤ ਦਾ ਵੀ ਹੋ ਰਿਹਾ। ਸੋ ਮੈਂ ਹੁਣ ਜ਼ਿਆਦਾ ਟਿੱਪਣੀ ਇਹਦੇ ਤੇ ਕੀ ਕਰਾਂਗਾ ਜੀ। ਇੱਕ ਵਾਰੀ ਮੈਂ ਟਿੱਪਣੀਆਂ ਕੀਤੀਆਂ ਸੀ ਕਿ ਬੀਬੀ ਨੂੰ ਅਜਿਹੇ ਸ਼ਬਦ ਨਹੀਂ ਵਰਤਣੇ ਚਾਹੀਦੇ, ਜੀ ਇਹ ਨੁਕਸਾਨ ਹੋ ਜਾਣਾ ਹੈ ਕਿਤੇ ਨਾ ਕਿਤੇ ਆਰਥਿਕ ਤੌਰ ਤੇ ਕੰਗਨਾ ਰਣੌਤ ਦਾ। ਕਿਉਂਕਿ ਹੁਣ ਜਦੋਂ ਕੋਈ ਫਿਲਮ ਇਹਦੀ ਆ ਗਈ ਨਾ ਬੀਬੀ ਦੀ, ਉਹ ਤਾਂ ਫਿਲਮਾਂ ਇਹਦੀਆਂ ਚੰਗੀਆਂ ਚੱਲੀਆਂ ਨੇ ਕਈ, ਮੈਂ ਤਾਂ ਕੋਈ ਦੇਖੀ ਨਹੀਂ ਪੂਰੀ ਇਹਦੀ, ਮਾੜੀ ਮਾੜੀ ਦੇਖੀ ਹੈ। ਜੀ ਸੋ ਇਹ ਬੜਾ ਜਦੋਂ ਪੰਜਾਬ 'ਚ ਜੇ ਕੋਈ ਫਿਲਮਾਂ ਇਹਦੀਆਂ ਰਿਲੀਜ਼ ਹੋਣਗੀਆਂ ਤੇ ਵਿਰੋਧ ਪ੍ਰਦਰਸ਼ਨ ਉਦੋਂ ਹੋ ਜਾਣੇ ਆ, ਕਿਉਂਕਿ ਨਾਰਾਜ਼ ਬਹੁਤ ਨੇ ਸਾਡੇ ਨੌਜਵਾਨ। ਕਿਸਾਨਾਂ ਬਾਰੇ ਜਿਹੜਾ ਬਿਆਨ ਦਿੱਤਾ ਨਾ ਬੀਬੀ ਨੇ ਪਹਿਲਾਂ, ਜੀ ਇਹ ਮਾੜਾ ਸੀ, ਇਹ ਨਹੀਂ ਦੇਣਾ ਚਾਹੀਦਾ ਸੀ। ਸੋ ਅੱਜ ਜਿਹੜਾ ਹੋਣ ਵਾਲਾ ਬਿਆਨ ਹੈ ਤੁਸੀਂ ਪੂਰਾ ਹੀ ਸੁਣਾ ਦਿਓ ਗਗਨ ਜੀ, ਮੈਂ ਇਹਦੇ ਤੇ ਹੁਣ ਕੀ ਟਿੱਪਣੀ ਦੇਵਾਂ, ਲੋਕ ਆਪ ਹੀ ਫੈਸਲਾ ਕਰ ਲੈਣਗੇ। नमस्कार दोस्तों, मैंने वादा किया था कि जब किसान आंदोलन का पूरा भांडा फूट जाएगा जैसे शाहीन बाग का फूटा था, तो मैं आप लोगों से इस बारे में बात करूंगी। क्योंकि इन पिछले 10-12 दिनों में जिस तरह की इमोशनल मेंटल लिंचिंग, ऑनलाइन लिंचिंग मैंने फेस की है, रेप डेथ थ्रेट्स मैंने फेस किए हैं, तो ये मेरा हक बनता है कि मैं इस देश से कुछ सवाल करूं। अब जो प्रधानमंत्री जी ने किसी आशंका की कोई गुंजाइश ही नहीं छोड़ी है, तो ये बात तो जाहिर है कि ये पॉलिटिकली मोटिवेटेड था ये पूरा आंदोलन, और कहीं ना कहीं इसमें आतंकियों ने भी हिस्सा लेना शुरू कर दिया था। लेकिन मैं पंजाब में रही हूँ, मैं वहाँ पढ़ी हूँ, बड़ी हुई हूँ, मैं स्कूलिंग मैंने वहाँ की है अपनी, और मैं जानती हूँ 99.9% जो पंजाब के लोग हैं वो खालिस्तान नहीं चाहते हैं, वो देश का टुकड़ा नहीं चाहते हैं। उनका पूरा देश है, अरुणाचल प्रदेश से, महाराष्ट्र से, दिल्ली से, हिमाचल सब उनका है, तो उनको एक छोटा सा टुकड़ा नहीं चाहिए। वो देश प्रेमी हैं सब। लेकिन मैं उनसे पूछना चाहती हूँ, देशवासियों से, मुझे आतंकियों से शिकायत नहीं है, मुझे जो इस देश को तोड़ना चाहते हैं मैं उनकी भावनाएं मैं समझती हूँ, लेकिन जो मासूम लोग हैं वो कैसे इन लोगों को अपने आपको उंगलियों पे नचाने देते हैं हर आए दिन। अब जैसे शाहीन बाग में दादी जी वो पढ़ नहीं सकती, कुछ नहीं, लेकिन फिर भी अपनी नागरिकता बचाने के लिए आंदोलन कर रही हैं। एक पंजाब में दादी मुझे इतनी गंदी भद्दी गालियां दे रही हैं, अपनी जमीन बचाने की कोशिश कर रही है सरकार से। क्या हो रहा है इस देश में? दोस्तों, हम लोग अपने आप को इतना वनरेबल कैसे कर देते हैं इन आतंकियों के लिए, इन विदेशी शक्तियों के लिए? मुझे आप लोगों से शिकायत है, और मुझे ये शिकायत है कि मुझे हर दिन अपनी इंटेंशन बतानी पड़ती है कि जब कोई देशभक्त इंसान को इतनी चीज़ें उनको क्लैरिफाई करनी पड़ी। पर ये लोग दिलजीत दोसांझ हो गए या प्रियंका चोपड़ा जैसे लोग हो गए, इनसे कोई इनकी इंटेंशन, ये किस तरह की नीति कर रहे हैं? अगर मैं देश के हित में बात करती हूँ तो मुझे कहते हैं कि मैं राजनीति कर रही हूँ। इनसे भी तो पूछिए ना, ये कौन सी नीति कर रहे हैं? ਬੀਬੀ ਨੂੰ ਵੀ ਚਾਹੀਦਾ ਕੰਗਨਾ ਰਣੌਤ ਨੂੰ ਕਿ ਥੋੜਾ ਜਿਹਾ ਸੰਜਮ ਨਾਲ, ਠਰਮੇ ਨਾਲ ਦੂਜਿਆਂ ਦੀਆਂ ਭਾਵਨਾਵਾਂ ਸਮਝ ਕੇ ਬਿਆਨ ਦੇਣਾ ਚਾਹੀਦਾ ਹੈ। ਬੀਬੀ ਕੰਗਨਾ ਰਣੌਤ ਦੀਆਂ ਭਾਵਨਾਵਾਂ ਦਾ ਵੀ ਸਤਿਕਾਰ ਹੈ। ਇਹਦੇ ਨਾਲ ਵੀ ਬੀਬੀ ਨਾਲ ਉੱਥੇ ਸ਼ਿਵ ਸੈਨਾ ਦੀ ਸਰਕਾਰ ਨੇ ਧੱਕਾ ਕੀਤਾ। ਦੇਖੋ ਸਾਰੇ ਪੰਜਾਬੀ ਇਹਦੇ ਨਾਲ ਖੜ ਗਏ ਸੀ, ਬਿਲਕੁਲ, ਪਰ ਬੀਬੀ ਨੇ ਜਿਹੜਾ ਇਹ ਬਿਆਨ ਦਿੱਤਾ ਕੰਗਨਾ ਰਣੌਤ ਨੇ ਕਿਸਾਨਾਂ ਬਾਰੇ, ਇਹ ਨਹੀਂ ਸੀ ਦੇਣਾ ਚਾਹੀਦਾ। ਸੋ ਚਾਹੀਦਾ ਤਾਂ ਇਹ ਹੈ ਕੰਗਨਾ ਰਣੌਤ ਨੂੰ ਇਹ ਵੀ ਸੌਰੀ ਫੀਲ ਕਰ ਲੈ, ਜਿਵੇਂ ਕੇਜਰੀਵਾਲ ਨੇ ਮਜੀਠੀਏ ਤੋਂ ਕੀਤੀ ਸੀ ਜੀ, ਤੇ ਮਸਲਾ ਨਿਬੜ ਜੂ। ਸੌਰੀ ਹਰ ਸਮੱਸਿਆ ਦਾ ਹੱਲ ਹੈ ਸਾਡੇ ਮੁਲਕ 'ਚ। ਬਿਲਕੁਲ। ਸੋ ਹੁਣ ਅੱਗੇ ਵੇਖਦੇ ਹਾਂ ਕਿ ਕਿਸਾਨੀ ਅੰਦੋਲਨ ਦੇ ਵਿੱਚ ਉਮੀਦ ਬਹੁਤ ਹੈ ਕਿ ਦੁਬਾਰਾ ਫਿਰ ਮੀਟਿੰਗਾਂ ਹੋਣਗੀਆਂ ਤੇ ਮੀਟਿੰਗਾਂ ਦੇ ਵਿੱਚ ਕੋਈ ਸਾਰਥਕ ਨਤੀਜੇ ਹੋਣਗੇ। ਤੇ ਹੋਣ ਵਾਲੀਆਂ ਮੀਟਿੰਗਾਂ 'ਚ ਇਹ ਵੀ ਉਮੀਦ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਕਿਸਾਨਾਂ ਦੇ ਨਾਲ ਗੱਲਬਾਤ ਜ਼ਰੂਰ ਕਰਨਗੇ, ਕਿਉਂਕਿ ਬੀਤੇ ਦਿਨੀ ਜੇ ਮੱਧ ਪ੍ਰਦੇਸ਼ ਦੇ ਕਿਸਾਨਾਂ ਦੇ ਨਾਲ ਵਰਚੁਅਲ ਮੀਟਿੰਗ ਕੀਤੀ ਹੈ ਤਾਂ ਪੰਜਾਬ ਦੇ ਕਿਸਾਨਾਂ ਦੇ ਨਾਲ ਵੀ ਮੀਟਿੰਗ ਹਰਿਆਣੇ ਦੇ ਕਿਸਾਨਾਂ ਦੇ ਨਾਲ ਹੋ ਕੇ ਕੋਈ ਹੱਲ, ਕੋਈ ਨਿਬੇੜਾ ਹੋ ਜਾਵੇ, ਕਿਉਂਕਿ ਲਗਾਤਾਰ ਠੰਡ ਵੱਧਦੀ ਜਾ ਰਹੀ ਹੈ। ਇਸ ਕੜਾਕੇ ਦੀ ਠੰਡ ਦੇ ਵਿੱਚ ਹੁਣ ਤਾਂ ਮੌਸਮ ਵਿਭਾਗ ਨੇ ਵੀ ਚੇਤਾਵਨੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਪਾਰਾ ਹੋਰ ਡਿੱਗੂਗਾ। ਸੋ ਪ੍ਰਧਾਨ ਮੰਤਰੀ ਸਾਹਿਬ ਨੂੰ ਤੇ ਭਾਜਪਾ ਵਾਲਿਆਂ ਨੂੰ
ਇੱਕ ਦਰਖਾਸਤ ਹੈ ਸਾਡੇ ਵੱਲੋਂ ਕਿ ਜ਼ਰੂਰ ਇਸ ਦੇ ਵੱਲ ਧਿਆਨ ਕਰਿਓ, ਕਿਉਂਕਿ ਕਿਸਾਨਾਂ ਨੂੰ ਵਾਪਸ ਘਰਾਂ ਨੂੰ ਭੇਜੋ, ਠੰਡ ਬਹੁਤ ਜ਼ਿਆਦਾ ਵੱਧ ਰਹੀ ਹੈ। ਡੱਲਾ ਸਾਹਿਬ ਬਹੁਤ ਬਹੁਤ ਧੰਨਵਾਦ। ਬਹੁਤ ਧੰਨਵਾਦ ਜੀ। ਪਾਰਾ ਜ਼ਰੂਰ ਡਿੱਗ ਸਕਦਾ ਪਰ ਹੌਸਲਾ ਨਹੀਂ ਡਿੱਗ ਸਕਦਾ ਜੀ ਪਰ ਫਿਰ ਵੀ ਆਪਾਂ ਮਸਲੇ ਦਾ ਹੱਲ ਕੱਢ ਲਈਏ, ਕਿਉਂਕਿ ਹੌਸਲੇ ਪਰਖਣੇ ਨਹੀਂ ਚਾਹੀਦੇ। ਜੀ ਬਹੁਤ ਬਹੁਤ ਬਹੁਤ